जी गुरु नानक दे नाल बाबा जीवन सिंह जी दे दादे परदादे जी भाई कल्याणा जी जी मोढे ना मोढा ला के आए है जी सारा परिवार पंजवें पातशाही तक जी तां नवें पातशाही दे तक भी जी तां जिहड़ा ये समझौता होया है जी ਅਸੀਂ ਇਹਨਾਂ ਦੀਆਂ ਬੁਰਾਈਆਂ ਨੂੰ ਦੇਖ ਕੇ ਨਹੀਂ ਕੀਤਾ ਬਹੁਜਨ ਸਮਾਜ ਪਾਰਟੀ ਨੇ ਜੀ ਬਹੁਜਨ ਸਮਾਜ ਪਾਰਟੀ ਨੇ ਗੁਰੂਆਂ ਦੀ ਵਿਚਾਰਧਾਰਾ ਨੂੰ ਜੋੜਨ ਦੇ ਲਈ ਜੀ ਵੀ ਗੁਰੂਆਂ ਦੀ ਵਿਚਾਰਧਾਰਾ ਜੋੜਦੀ ਹੈ ਇਸ ਦੇ ਸੰਬੰਧ ਵਿੱਚ ਬਹੁਜਨ ਸਮਾਜ ਪਾਰਟੀ ਨੇ ਅਕਾਲੀ ਦਲ ਦੇ ਨਾਲ ਜਿਹੜਾ ਸਮਝੌਤਾ ਕੀਤਾ ਹੈ। ਤੁਣਕ ਤੁਣਕ ਸੁਣ ਤੂੰ ਬਾਹ ਵੱਜਦਾ ਤੁਣਕ ਤੁਣਕ ਸੁਣ ਤੂੰ ਬਾਹ ਵੱਜਦਾ ਤੁਣਕ ਤੁਣਕ ਸੁਣ ਤੂੰ ਬਾਹ ਵੱਜਦਾ ਤੁਰਿਆ ਫਿਰਦਾ ਗਾਉਂਦਾ ਏ ਤੂੰ ਬਾਹ ਇਹ ਤੂੰ ਬਾ ਕਰਮੇ ਦਾ ਸੁੱਤੇ ਲੋਕ ਜਗਾਉਂਦਾ ਨੀ ਤੂੰ ਬਾ ਕਰਮੇ ਦਾ ਹਾਕਾ ਮਾਰ ਬੁਲਾਉਂਦਾ ਇਹ ਤੂੰ ਵੇ ਮੈਨੂੰ ਨਾਲ ਰਲਾਇਆ ਆਪ ਗੁਰਾਂ ਦਰ ਤੇ ਲੈ ਆਇਆ ਪਿੰਡ ਰਾਜਗੜ੍ਹ ਜ਼ਿਲ੍ਹਾ ਬਠਿੰਡਾ ਪਿੰਡ ਰਾਜਗੜ੍ਹ ਜ਼ਿਲ੍ਹਾ ਬਠਿੰਡਾ ਹਲਕਾ ਫੂਲ ਬਤਾਉਂਦਾ ਏ ਤੂੰ ਬਾ ਕਰਮੇ ਦਾ ਹਾਥੀ ਉੱਤੇ ਬਿਠਾਉਂਦਾ ਤੂੰ ਬਾ ਕਰਮੇ ਦਾ ਦਿੱਲੀ ਦਾ ਤਖਤ ਦਿਖਾਉਂਦਾ ਕਿ ਜਦੋਂ ਸਤਜੁਗ ਸੀਗਾ ਉਦੋਂ ਸਾਡੇ ਮਗਰ ਮੋਹੜੀਆਂ ਬੰਨੀਆਂ ਹੁੰਦੀਆਂ ਸੀ ਸਿਰ ਤੇ ਸਾਡੇ ਕਾਂ ਦਾ ਖੰਭ ਹੁੰਦਾ ਸੀਗਾ ਤੇ ਗਲ 'ਚ ਸਾਡੇ ਕੁੱਜਾ ਬੰਨਿਆ ਹੁੰਦਾ ਸੀਗਾ ਵੀ ਜਿਹੜਾ ਥੁੱਕੂਗਾ ਕਿਸੇ ਦੇ ਸਵਰਨ ਜਾਤੀ ਦੇ ਪੈਰ ਨੂੰ ਨਾ ਲੱਗ ਸਕੇ ਤੇ ਜਦੋਂ ਕਲਯੁਗ ਆ ਗਿਆ ਤਾਂ ਕਲਯੁਗ ਦੇ ਵਿੱਚ ਅਸੀਂ ਵਧੀਆ ਪੱਗਾਂ ਬੰਨ੍ਹਦੇ ਆ ਇੱਕ ਹੋਟਲਾਂ ਦੇ ਵਿੱਚ ਬੈਠ ਕੇ ਖਾਣਾ ਖਾਂਦੇ ਆ ਬੱਸਾਂ ਦੇ ਵਿੱਚ ਸਫ਼ਰ ਕਰਦੇ ਆ ਤੇ ਕਲਯੁਗ ਦੇ ਵਿੱਚ ਸਾਡੀ ਭਿੱਟ ਦੂਰ ਹੋ ਗਈ। ਚਿੱਟੀਆਂ ਕਪਾਹ ਦੀਆਂ ਫੁੱਟੀਆਂ ਦੇ ਵਾਂਗ ਦੂਰ ਚਮਕ ਪਵੇ ਜਦ ਤੋਰਨਾ ਰੋਬ ਵਿੱਚ ਆ ਕੇ ਤੇ ਧਰਤੀ ਤੇ ਧਮਕ ਪਵੇ ਲੈ ਕੇ ਲੁੱਟ ਕੇ ਸੰਦੂਖੜੀਆਂ ਚੁੱਕ ਕੇ ਲੈ ਕੇ ਲੁੱਟ ਕੇ ਸੰਦੂਖੜੀਆਂ ਚੁੱਕ ਕੇ ਮਹਿੰਦੀ ਦੇ ਵਾਂਗ ਰਗੜ ਤਰੇ ਗੱਲ ਦੱਸਣੀ ਅਸੀਂ ਠਣਕਾ ਕੇ ਖਜ਼ਾਨੇ ਸਾਡੀ ਰੱਤ ਦੇ ਪਰੇ ਗੱਲ ਦੱਸਣੀ ਅਸੀਂ ਠਣਕਾ ਕੇ ਖਜ਼ਾਨੇ ਸਾਡੀ ਰੱਤ ਦੇ ਪਰੇ। ਲਿਖਿਆ ਸੀਗਾ विद्यावन बुद्धि गई जी बुद्धिवन सदाचार गया जी सदाचार बिन तरक्की रोगी जी ते तरक्की बिना दौलत मिट गई बहुत अच्छा दौलत बिना सारे दे सारे दलित लोग सवाह हो गए। हर खबर ਤੁਹਾਡੇ ਤੱਕ ਤੁਸੀਂ ਦੇਖ ਰਹੇ ਹੋ ਕੈਰੇ ਲਾਈਵ ਨਿਊਜ਼ ਪੰਜਾਬ। ਕੈਰੇ ਲਾਈਵ ਨਿਊਜ਼ ਪੰਜਾਬ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ। ਜੇ ਆਪਾਂ ਗੱਲ ਕਰੀਏ ਡਾਕਟਰ ਅੰਬੇਡਕਰ ਭੀਮ ਰਾਓ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਜਿਨ੍ਹਾਂ ਨੇ ਕਿਹਾ ਸੀ ਪੜੋ ਜੁੜੋ ਤੇ ਸੰਘਰਸ਼ ਕਰੋ, ਜੇਕਰ ਇਹਨਾਂ ਤਿੰਨਾਂ ਚੀਜ਼ਾਂ ਜਾਂ ਤਿੰਨਾਂ ਗੱਲਾਂ ਤੇ ਹੀ ਪਹਿਰਾ ਦਿੱਤਾ ਤਾਂ ਉਹਨਾਂ ਦੇ ਵਿੱਚੋਂ ਕੁਝ ਕੁ ਸਾਡੇ ਸਮਾਜਿਕ ਦੇ ਕਾਰਕੁਨ ਜਿਨ੍ਹਾਂ ਨੂੰ ਅਸੀਂ ਸਮਾਜ ਸੇਵੀ ਕਹਿ ਸਕਦੇ ਹਾਂ, ਕਈਆਂ ਨੇ ਲਿਖਤੀ ਰੂਪ 'ਚ, ਕਈਆਂ ਨੇ ਰਾਜਨੀਤਿਕ ਪਿੰਡ ਦੇ ਵਿੱਚ ਅਤੇ ਕਈਆਂ ਨੇ ਗਾ ਕੇ। ਸੋ ਜਿਵੇਂ ਤੁਸੀਂ ਅੱਜ ਇਸ ਪਿੰਡ ਵਿੱਚ ਪਿੰਡ ਬੁਰਜ ਰਾਜਗੜ੍ਹ ਜ਼ਿਲ੍ਹਾ ਬਠਿੰਡਾ ਦੇ ਮਿਸ਼ਨਰੀ ਕਲਾਕਾਰ ਜਿਨ੍ਹਾਂ ਦੇ ਤੁਸੀਂ ਵੇਖ ਰਹੇ ਹੋ ਕਿ ਝੰਡਾ ਬੁਲੰਦ ਹੈ, ਤੁਸੀਂ ਝੰਡਾ ਵੇਖ ਰਹੇ ਹੋ। ਆਓ ਅੱਜ ਉਹਨਾਂ ਨਾਲ ਤੁਹਾਡੀ ਸਾਂਝ ਪਵਾਈਏ ਉਸ ਮਿਸ਼ਨਰੀ ਕਲਾਕਾਰ ਨਾਲ। ਜੇਕਰ ਆਪਾਂ ਗੱਲ ਕਰੀਏ ਡਾਕਟਰ ਭੀਮ ਰਾਓ ਅੰਬੇਡਕਰ ਦੇ ਮਿਸ਼ਨ ਨੂੰ ਸਮਰਪਿਤ ਸਾਡੇ ਮਿਸ਼ਨਰੀ ਕਲਾਕਾਰ ਜਿਨ੍ਹਾਂ ਨੇ ਆਪਣੇ ਮਿਸ਼ਨ ਤੋਂ ਵੱਖ ਹੋ ਕੇ ਕੋਈ ਵੀ ਗੱਲ ਨਹੀਂ ਕੀਤੀ, ਜੋ ਗੱਲ ਕੀਤੀ ਆ ਮਿਸ਼ਨ ਦੇ ਪ੍ਰਤੀ ਹੀ ਕੀਤੀ ਆ। ਕਲਾਕਾਰ ਆ ਜੇਕਰ ਦੂਸਰੇ ਕਲਾਕਾਰਾਂ ਵਾਂਗੂ ਗਾਉਂਦੇ ਤਾਂ ਇਹ ਵੀ ਅਮੀਰ ਹੋ ਸਕਦੇ ਸੀ, ਪਰ ਇਹਨਾਂ ਨੇ ਮਿਸ਼ਨ ਨੂੰ ਤਰਜੀਹ ਦਿੱਤੀ। ਸੋ ਆਓ ਉਸ ਮਿਸ਼ਨਰੀ ਕਲਾਕਾਰ ਦੇ ਨਾਲ ਪਾਈਏ ਫਤਿਹ ਦੀ ਸਾਂਝ। ਸਰਦਾਰ ਕਰਮ ਸਿੰਘ ਜੀ ਪਿੰਡ ਬੁਰਜ ਰਾਜਗੜ੍ਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰਮ ਸਿੰਘ ਜੀ, ਜਿਸ ਹਿਸਾਬ ਨਾਲ ਤੁਸੀਂ ਗਾਉਂਦੇ ਵੀ ਵਧੀਆ, ਹਾਂਜੀ, ਲਿਖਦੇ ਵਧੀਆ, ਹਾਂਜੀ, ਫਿਰ ਤੁਸੀਂ ਇਸ ਮਿਸ਼ਨ ਨੂੰ ਹੀ ਕਿਉਂ ਚੁਣਿਆ? ਮਿਸ਼ਨਰੀ ਕਲਾਕਾਰ ਹੀ ਤੁਸੀਂ ਕਿਉਂ ਬਣੇ? ਦੂਸਰੇ ਕਲਾਕਾਰ ਵਾਂਗ ਤੁਸੀਂ ਦੂਸਰਾ ਗਾ ਕੇ ਵੀ ਪੈਸਾ ਕਮਾ ਸਕਦੇ ਸੀ, ਅਜਿਹਾ ਕਿਉਂ? ਮੈਂ ਸਭ ਤੋਂ ਪਹਿਲਾਂ ਕੈਰੇ ਲਾਈਵ ਨਿਊਜ਼ ਪੰਜਾਬ
ਸਾਰੇ ਹੀ ਦਰਸ਼ਕਾਂ ਦਾ, ਸਮੁੱਚੀ ਟੀਮ ਦਾ ਮੇਰੇ ਘਰ ਮੇਰੇ ਨਗਰ ਪਹੁੰਚਣ ਤੇ ਸਾਰਿਆਂ ਦਾ ਹੀ ਧੰਨਵਾਦ ਕਰਦੇ ਹਾਂ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ। ਅੱਛਾ ਕਰਮ ਸਿੰਘ ਜੀ, ਜਿਸ ਤਰ੍ਹਾਂ ਕਿ ਤੁਹਾਡੇ ਪਿੰਡ ਦੇ ਵਿੱਚ ਜੇ ਮੈਂ ਇਹ ਕਹਿ ਲਵਾਂ ਹਾਂਜੀ ਕਿ ਜਿਹੜੀ ਕਲਾਕਾਰੀ ਆ ਇਹਦੇ ਵਿੱਚ ਬੜੇ ਕਲਾਕਾਰ ਤੁਹਾਡੇ ਇਸ ਪਿੰਡ ਨੇ, ਇਸ ਨਗਰ ਨੇ ਪੰਜਾਬ ਨੂੰ ਦਿੱਤੇ। ਜੇਕਰ ਮੈਂ ਕਹਾਂ ਕਿ ਸਰਮੌਰ, ਉਹ ਮਰਹੂਮ ਪੰਜਾਬੀ ਢਾਡੀ ਸਰਦਾਰ ਗੁਰਬਖਸ਼ ਸਿੰਘ ਜੀ ਅਲਵੇਲਾ, ਉਹ ਵੀ ਤੁਹਾਡੇ ਪਿੰਡ ਦੇ ਸੀਗੇ। ਜਿਸ ਤਰ੍ਹਾਂ ਕਿ ਮਿਸ਼ਨਰੀ ਇੱਕ ਮਿਸ਼ਨ ਉਹ ਮਤਲਬ ਪੱਖ ਆ, ਇਸ ਨੂੰ ਬਹੁਤ ਘੱਟ ਬੰਦੇ ਮਤਲਬ ਅਪਣਾਉਂਦੇ ਆ। ਤੁਸੀਂ ਇਸ ਨੂੰ ਅਪਣਾਇਆ ਤਾਂ ਤੁਹਾਡੇ ਪਿੱਛੇ ਉਹ ਸ਼ਖਸੀਅਤ ਕਿਹੜੀ ਆ ਜਿਨ੍ਹਾਂ ਨੇ ਤੁਹਾਨੂੰ ਇੱਧਰ ਵੱਲ ਪ੍ਰੇਰਿਆ? ਮੈਂ ਮੇਰੇ ਨਾਨਕੇ ਪਿੰਡ ਰਹਿੰਦਾ ਸੀਗਾ ਜੀ, ਪਿੰਡ ਭਾਈ ਰੂਪਾ ਵਿਖੇ। ਉੱਥੇ ਮੈਂ ਛੋਟਾ ਹੁੰਦਾ ਰਹਿੰਦਾ ਕੰਮ ਕਰਦਾ। 1982 ਦੇ ਵਿੱਚ ਮਾਸਟਰ ਹੰਸਾ ਸਿੰਘ ਬੰਬੀਹੇ ਵਾਲੇ ਬਹੁਜਨ ਸਮਾਜ ਪਾਰਟੀ ਦਾ ਪ੍ਰੋਗਰਾਮ ਮੇਰੇ ਨਾਨਕੇ ਪਿੰਡ ਭਾਈ ਰੂਪਾ ਦੇ ਗੁਆੜ ਵਿੱਚ ਰੱਖਿਆ। ਤਾਂ ਉਹਨਾਂ ਨੇ ਰਾਤ ਦੀ ਨਾਈਟ ਮੀਟਿੰਗ ਕੀਤੀ। ਮੈਂ ਉਸ ਦੇ ਵਿੱਚ ਹਾਜ਼ਰ ਹੋਇਆ। ਜਦੋਂ ਉਹਨਾਂ ਨੇ ਬਹੁਜਨ ਸਮਾਜ ਪਾਰਟੀ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਸਾਰਾ ਇਹ ਇਤਿਹਾਸ ਦੱਸਿਆ, ਉਹਨਾਂ ਦੀ ਵਿਚਾਰਧਾਰਾ ਦੱਸੀ, ਉਸੇ ਦਿਨ ਤੋਂ ਹੀ ਮੇਰੇ ਮਨ ਦੇ ਵਿੱਚ ਇੱਕ ਭਖੜੇ ਦੇ ਕੰਡੇ ਵਾਂਗੂ ਖੁੱਭ ਗਈ ਕਿ ਗਰੀਬ ਲੋਕਾਂ ਦੇ ਇਤਿਹਾਸ, ਉਹਨਾਂ ਦੇ ਦਰਦਾਂ ਦੀ ਕਹਾਣੀ ਅੱਜ ਮੈਂ ਸੁਣ ਚੁੱਕਿਆ ਤੇ ਮੈਂ ਪੱਕਾ ਪਰਨ ਕਰ ਲਿਆ ਕਿ ਮੈਂ ਬਹੁਜਨ ਸਮਾਜ ਪਾਰਟੀ ਦੇ ਵਿੱਚ ਹੀ ਕੰਮ ਕਰੂੰਗਾ ਤੇ ਜਦ ਅੱਜ ਤੋਂ ਲੈ ਕੇ ਮਰਦੇ ਦਮ ਤੱਕ ਇਸ ਵਿਚਾਰਧਾਰਾ ਦੇ ਨਾਲ ਜੁੜਿਆ ਰਹੂੰਗਾ ਤੇ ਅੱਗੇ ਵਿਚਾਰਧਾਰਾ ਨੂੰ ਲੈ ਕੇ ਤੁਰਾਂਗੇ। ਯਾਨੀ ਕਿ ਤੁਹਾਡਾ ਨਾਨਕਾ ਪਿੰਡ ਭਾਈ ਰੂਪਾ, ਜਿੱਥੋਂ ਤੁਹਾਨੂੰ ਇਸ ਦੀ ਵੱਲ ਚੇਟਕ ਲੱਗੀ, ਹਾਂਜੀ, ਤੇ ਉਸ ਤੋਂ ਬਾਅਦ ਤੁਸੀਂ ਆਪਣੇ ਯਤਨਾਂ ਦੇ ਸਦਕਾ ਤੁਸੀਂ ਆਪ ਵੀ ਲਿਖਦੇ ਹੋ? ਸਾਨੂੰ ਸ਼ੌਕ ਸੀਗਾ ਜੀ ਬਚਪਨ ਤੋਂ, 5 ਸਾਲ ਤੋਂ ਲੱਗਿਆ ਸੀਗਾ। ਫਿਰ ਅਸੀਂ ਕੰਮ ਧੰਦਿਆਂ ਦੇ ਵਿੱਚ ਰੁੱਝਦੇ ਰਹੇ। ਕੁਛ ਹੋਰ ਵੀ ਲੋਕ ਥਾਵਾਂ ਜਾਂ ਬੋਲੀਆਂ, ਇਹਨਾਂ ਦੇ ਵਿੱਚ ਵੀ ਅਸੀਂ ਹਿੱਸਾ ਲੈਂਦੇ ਰਹੇ। ਪਰ ਜਦੋਂ ਮੈਨੂੰ ਬਹੁਜਨ ਸਮਾਜ ਪਾਰਟੀ ਦੀ ਵਿਚਾਰਧਾਰਾ ਬਾਰੇ ਪਤਾ ਲੱਗਿਆ ਤਾਂ ਮੈਂ ਫਿਰ ਬਹੁਜਨ ਸਮਾਜ ਪਾਰਟੀ ਦੀ ਵਿਚਾਰਧਾਰਾ ਦੇ ਮੁਤਾਬਕ ਹੀ ਬਹੁਜਨ ਸਮਾਜ ਪਾਰਟੀ ਦੇ ਗੀਤ ਲਿਖਣੇ ਸ਼ੁਰੂ ਕਰਤੇ। ਗਰੀਬ ਲੋਕਾਂ ਦੀਆਂ ਕਹਾਣੀਆਂ ਬਣਾ ਕੇ ਤਾਂ ਮੈਂ ਲੋਕਾਂ ਵਿੱਚ ਹਾਜ਼ਰ ਹੁੰਦਾ ਰਿਹਾ ਜੀ। ਇੱਕ ਹੋਰ, ਜਿਵੇਂ ਕਿ ਤੁਹਾਡੇ ਆਪਣੇ ਦਾਦਕਾ ਲਾਣਾ, ਜਿਵੇਂ ਕਿ ਚਾਚਾ, ਤਾਇਆ ਜਾਂ ਬਾਪੂ, ਇਹਨਾਂ ਦੇ ਵਿੱਚੋਂ ਵੀ ਕੋਈ ਗਾਉਂਦਾ ਹੋਣਾ ਜਿਹਦਾ ਕਰਕੇ ਤੁਸੀਂ ਇੰਨਾ ਪਰਪੱਕ ਲਿਖਦੇ ਹੋ? ਕਿਉਂਕਿ ਮੈਂ ਵੀ ਕਾਫੀ ਤੁਹਾਡੇ ਗੀਤ ਸੁਣੇ ਨੇ। ਕੋਈ ਪਰਿਵਾਰ ਦੇ ਵਿੱਚ ਆਪਣੇ ਬਜ਼ੁਰਗਾਂ ਚੋਂ ਚਾਚਾ ਜਾਂ ਤਾਇਆ ਗਾਉਂਦਾ ਹੋਵੇ? ਇਹ ਮੇਰੇ ਦਾਦਾ ਜੀ 4 ਭਾਈ ਸੀਗੇ ਜੀ। ਮੇਰੇ ਦਾਦਾ ਜੀ ਦਾ ਨਾਮ ਸੀ ਰੌਣਕ ਸਿੰਘ ਜੀ। ਉਹਨਾਂ ਤੋਂ ਵੱਡੇ ਸੀਗੇ ਬੇਸਣ ਸਿੰਘ ਜੀ, ਜਿਨ੍ਹਾਂ ਨੇ ਸੁਤੰਤਰਤਾ ਦੀ ਲੜਾਈ ਲੜੀ। ਤੇ ਉਦੋਂ ਛੋਟੇ ਸਰਬਨ ਸਿੰਘ ਸੀਗੇ ਜੀ। ਉਦੋਂ ਛੋਟੇ ਚੌਥੇ ਸਾਡੇ ਬਾਬਾ ਮਹਿੰਦਰ ਸਿੰਘ ਜੀ। ਜੀ। ਉਦੋਂ ਸਰੰਗੀਆਂ ਤੇ ਗਾਉਂਦੇ, ਵੱਡੇ ਵੱਡੇ ਤੁਰਲੇ ਸਿਰਾਂ ਤੇ ਲਾ ਕੇ ਜੀ। ਤੇ ਜਾਣੀ ਉਹਨਾਂ ਨੇ ਕਈ ਮੇਲੇ ਵੀ ਜਿੱਤੇ ਸੀਗੇ ਜੀ। ਛੋਟਾ ਹੁੰਦਾ ਮੈਂ ਇੱਥੇ ਸੁਣਦਾ ਰਹਿੰਦਾ ਉਹਨਾਂ ਨੂੰ। ਜਦੋਂ ਉਹਨਾਂ ਨੇ ਸਰੰਗੀ ਵਜਾਉਣੀ, ਸਾਨੂੰ ਮੇਲਣ ਲਾ ਦੇਣਾ ਤੇ ਕਈ ਵਾਰੀ ਉਹਨਾਂ ਦੇ ਕੋਲੇ ਮੈਂ ਗਾਉਣ ਲੱਗ ਜਾਣਾ ਜੀ। ਤੇ ਉਹਨਾਂ ਨੇ ਕਈ ਵਾਰੀ ਮੈਨੂੰ ਇਹ ਗੱਲ ਕਹੀ ਵੀ ਜੇ ਮੁੰਡਿਆ ਤੂੰ ਗਾ ਲੇਗਾ ਤਾਂ ਜਿਹੜਾ ਮੇਰੇ ਕੋਲੇ ਗਾਉਣ ਪਿਆ ਲਿਖਿਆ ਹੁਣ ਮੈਥੋਂ ਤਾਂ ਗਾਇਆ ਨਹੀਂ ਜਾਂਦਾ, ਬੜੇਪੇ ਜਾਵੜਿਆ, ਤੇ ਤੁਸੀਂ ਗਾ ਲਿਆ ਕਰੋ। ਉਦੋਂ ਅਸੀਂ ਇੱਕ ਗਰੀਬੀ ਦੇ ਵਿੱਚ ਰੁੱਝੇ ਹੋਏ ਸੀਗੇ ਕਿ ਜਿਹਨੇ ਸਾਨੂੰ ਹੱਲ ਨਹੀਂ ਦਿੱਤਾ। ਛੋਟੇ ਹੁੰਦੇ ਕੰਮ ਕਰਦੇ, ਜੱਟਾਂ ਜ਼ਮੀਰਾਂ ਦੇ ਪਾਲੀ ਰਲ ਗਏ। ਤਾਂ ਫਿਰ ਉਹ ਸਾਡੇ ਕੋਲੋਂ ਜਿਹੜਾ ਬਾਬਾ ਜੀ ਦਾ ਇਤਿਹਾਸ ਸੀਗਾ, ਉਹਨਾਂ ਦਾ ਗਾਉਣ ਸੀ, ਮਿਸ਼ਨ ਸੀਗਾ, ਉਹ ਉੱਥੇ ਹੀ ਪਿਆ ਰਹਿ ਗਿਆ ਤੇ ਅਸੀਂ ਆਪਦੇ ਕੰਮੀ ਲੱਗ ਗਏ। ਤੁਹਾਡੇ ਪਰਿਵਾਰ ਦੇ ਵਿੱਚ ਕਿੰਨੇ ਜੀ ਨੇ? ਕੌਣ ਕੌਣ ਨੇ ਪਰਿਵਾਰ 'ਚ? ਮੇਰੇ ਦਾਦੇ ਦੀ ਔਲਾਦ ਹੈ 6 ਭਾਈ ਜੀ। ਉਹਨਾਂ ਦੇ ਸਪੁੱਤਰ ਤੇ 3 ਉਹਨਾਂ ਦੀਆਂ ਭੈਣਾਂ ਜੀ। ਉਹਨਾਂ ਦੇ ਵਿੱਚੋਂ ਵੱਡੇ ਮੇਰੇ ਬਾਪੂ ਜੀ ਸੀਗੇ ਜੀ। ਤੋਤਾ ਸਿੰਘ ਜੀ। ਜੀ। ਤੇ ਉਹਨਾਂ ਦੇ ਅਸੀਂ 3 ਸਪੁੱਤਰ ਹਾਂ ਜੀ। ਕਰਮ ਸਿੰਘ ਮੈਂ ਜੀ। ਮੈਥੋਂ ਛੋਟਾ ਸਤਨਾਮ ਸਿੰਘ ਜੀ। ਉਦੋਂ ਛੋਟੀ ਸਾਡੀ ਭੈਣ ਜੀ। ਮੰਗੋ ਕੌਰ ਜੀ। ਤੇ ਉਦੋਂ ਛੋਟੇ ਸਾਡੇ ਭਾਈ ਸੇਵਕ ਸਿੰਘ ਜੀ, ਜਿਨ੍ਹਾਂ ਨੇ ਬਾਪੂ ਜੀ ਤੋਂ ਸਿੱਖਿਆ ਲੈ ਕੇ, ਬੇਬੇ ਤੋਂ ਲੋਰੀਆਂ ਲੈ ਕੇ ਜੀ ਗੱਭਰੂ ਹੋਏ। ਤਾਂ ਫਿਰ ਉਹਨਾਂ ਨੇ ਆਪਣਾ ਕੰਮ ਸ਼ੁਰੂ ਕਰਿਆ ਜੀ। ਮੈਂ ਪਾਲੀ ਵੀ ਰਲਿਆ, ਸੀਰੀ ਵੀ ਰਲਿਆ, ਪੱਠਿਆਂ ਤੇ ਵੀ ਇੱਟਾਂ ਕੱਢੀਆਂ ਜੀ। ਉਦੋਂ ਬਾਅਦ ਮਿਸਤਰੀ ਵੀ ਬਣਿਆ। ਮਿਸਤਰੀ ਬਣ ਕੇ ਫਿਰ ਮੈਂ
ਠੇਕੇਦਾਰੀ ਵੀ ਕੀਤੀ ਜੀ ਤੇ ਪਹਿਲਾਂ ਬਾਪੂ ਨੂੰ ਸੀਰ ਤੋਂ ਲਿਆ ਕੇ ਠੇਕੇਦਾਰੀ ਕਰਵਾਈ, ਉਹਦਾ ਸੀਰ ਛਡਾਇਆ। ਜੀ ਅੱਛਾ, ਪਹਿਲਾਂ ਛੋਟੇ ਭਾਈ ਮਿਸਤਰੀ ਬਣਾਏ, ਸਤਨਾਮ ਸਿੰਘ ਮਿਸਤਰੀ ਬਣਿਆ, ਸੇਵਕ ਸਿੰਘ ਮਿਸਤਰੀ ਬਣਿਆ, ਜੀ ਬਾਪੂ ਜੀ ਨੇ ਪੱਠੇ ਵੀ ਬਣਾਏ, ਜੀ ਸੂਇਆਂ ਤੇ ਦਰੇਸੀਆਂ ਵੀ ਕਰੀਆਂ, ਉਦੋਂ ਨਹਿਰਾਂ ਸੂਏ ਪੱਕੇ ਬਣੇ। ਇਸ ਕਰਕੇ ਫਿਰ ਉਹਨਾਂ ਤੋਂ ਬਾਅਦ ਮੈਂ ਸਿੱਖਿਆ ਮਿਸਤਰੀ ਦਾ ਕੰਮ, ਜੀ ਤੇ ਨਾਲ ਹੀ ਮੈਂ ਦਰੇਸੀ ਦਾ ਕੰਮ ਵੀ ਜਾਣਦਾ ਸੀਗਾ, ਜਿਹੜੀ ਸੂਏ ਕੱਸੀਆਂ ਤੇ ਕਿਹਾਂ ਨਾਲ ਦਰੇਸੀ ਕਰਦੇ। ਜੀ ਤਾਂ ਮੈਂ ਇੱਕ ਫੈਕਟਰੀ ਦੇ ਵਿੱਚ ਵੀ, ਧਾਗਾ ਮਿੱਲ ਦੇ ਵਿੱਚ ਵੀ ਕੰਮ ਕਰਿਆ, ਜੀ ਤੇ ਸੜਕਾਂ ਦੇ ਉੱਤੇ ਲੁੱਕ ਵੀ ਪਾਈ, ਤੇ ਸੜਕਾਂ ਤੇ ਦਰਖਤ ਵੀ ਲਾਏ। ਇੰਨਾ ਕੁਛ ਹੀ ਕਰਦੇ ਕਰਦੇ, ਗਰੀਬੀ ਦਾ ਕੰਮ ਕਰਦੇ ਕਰਦੇ ਆਪਦਾ ਪੇਟ ਭਾਲਦੇ ਹੋਏ, ਜੀ ਤੇ ਨਾਲ ਦੀ ਨਾਲ ਮੈਂ ਪੜ੍ਹਨਾ ਸ਼ੁਰੂ ਕਰਿਆ। ਜੀ ਜਦੋਂ 1972 ਦੇ ਵਿੱਚ ਜੀ ਮੈਨੂੰ ਪੜ੍ਹਨ ਲਾਇਆ, ਤਾਂ 2 ਜਮਾਤਾਂ ਦੇ ਵਿੱਚ ਮੈਂ ਰਿਹਾ, ਤੇ ਦੂਜੀ ਜਮਾਤ ਮੇਰੇ ਤੋਂ ਪਾਸ ਨਹੀਂ ਹੋਈ, ਕਿਉਂਕਿ ਨਾ ਤਾਂ ਮਾਸਟਰ ਪੜ੍ਹਾਉਂਦੇ ਸੀ, ਨਾ ਹੀ ਉਹਨਾਂ ਸਾਨੂੰ ਗਿਆਨ ਸੀਗਾ। ਜੀ ਤਾਂ ਫਿਰ ਕੁਝ ਗਰੀਬੀ ਦੇ ਕਾਰਨ ਮੈਨੂੰ ਮਾਲ ਚਾਰਨ ਲਾਤਾ। ਜੀ ਮਾਲ ਚਾਰਨ ਤੋਂ ਬਾਅਦ ਚਲੋ ਫਿਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਗਿਆ, ਸੀਰੀ ਵੀ ਰਲੇ। ਤਾਂ ਇਸ ਦੇ ਨਾਲ ਨਾਲ ਹੀ ਮੈਂ ਪੜ੍ਹਦਾ ਵੀ ਰਿਹਾ। ਜਿੰਨਾ ਪੜ੍ਹਿਆ ਮੈਂ ਇਤਿਹਾਸ ਦੇ ਵਿੱਚ ਪੜ੍ਹਿਆ, ਤੇ ਦਿਨੇ ਵੀ ਪੜ੍ਹਿਆ, ਜੀ ਦਿਨੇ ਕੰਮ ਕਰਨਾ, ਰਾਤ ਨੂੰ ਸਾਰੀ ਰਾਤ ਪੜ੍ਹੀ ਜਾਣਾ, 11 12 1 3 ਵਜੇ ਤੱਕ ਵੀ ਪੜ੍ਹੀ ਜਾਣਾ। ਜੀ ਇੰਨੀ ਕਥਨ ਕਮਾਈ ਕਰਕੇ ਸਤਿਗੁਰੂ ਵਾਹਿਗੁਰੂ ਦੀ ਕਿਰਪਾ ਅਨੁਸਾਰ, ਜੀ ਤਾਂ ਜਦੋਂ ਮੈਂ ਭੱਠਿਆਂ ਤੇ ਇੱਟਾਂ ਕੱਢਦਾ ਸੀਗਾ, ਜੀ ਜਿਸ ਤਰ੍ਹਾਂ ਆ ਆਪਣੇ ਕੋਲੇ ਵਰਕੇ ਪਏ ਆ, ਤਾਂ ਮੈਂ ਝੋਲੇ ਦੇ ਉੱਪਰ ਇਸ ਕਿਤਾਬ ਨੂੰ ਰੱਖ ਕੇ ਭਾਰਤੀ ਲੋਕ ਨੀਚ ਕਿਵੇਂ ਬਣੇ ਜਾਂ ਹੋਰ ਇਤਿਹਾਸ ਪੜ੍ਹੇ, ਨਾਲੇ ਮੈਂ ਸੰਚੇ ਨਾਲ ਇੱਟਾਂ ਕੱਢੀ ਜਾਣੀਆਂ, ਤੇ ਨਾਲੇ ਮੈਂ ਉਹ ਇਤਿਹਾਸ ਨੂੰ ਪੜ੍ਹੀ ਜਾਣਾ, ਚੱਕ ਕੇ ਗਾਂਹ ਕਰ ਲੈਣਾ। ਤਾਂ ਜਾਂ ਕਈ ਵਾਰੀ ਜਦੋਂ ਮੈਂ ਗਾਰੇ ਦੀਆਂ ਰੇੜੀਆਂ ਢੋਂਦਾ ਸੀਗਾ ਬਾਹਾਂ ਵਿੱਚ ਫੜ ਕੇ, ਜੀ ਥੱਲੋਂ ਤਾਂ ਨੂੰ ਆਉਂਦਾ, ਜਿਹੜੀਆਂ ਭੱਠੇ ਤੇ ਇੱਟਾਂ ਦੇ ਛਟਾਏ ਘੋੜੀਆਂ ਲੱਗੀਆਂ, ਜੀ। ਉੱਥੋਂ ਦੀ ਪਾੜ ਕੇ ਅਸੀਂ ਨਾਂਗਾ ਬਣਾਉਂਦੇ ਤੇ ਪਥੇਰਾਂ ਕੱਢਦੇ। ਤਾਂ ਫਿਰ ਮੈਂ ਉੱਥੇ ਰਸਤੇ ਦੇ ਵਿੱਚ ਵੀ ਇਹ ਕਿਤਾਬ ਨੂੰ ਰੱਖ ਲੈਂਦਾ ਸੀਗਾ, ਜੀ। ਤੇ ਮੈਂ ਤੁਰਿਆ ਜਾਂਦਾ, 2 ਲਾਈਨਾਂ ਦੇਖ ਲਈਆਂ, ਫਿਰ ਪੜ੍ਹ ਲੈਣਾ, ਜੀ। ਜਾਂ ਮੈਂ ਕਿਸੇ ਤੋਂ ਹੋਰ ਸਿੱਖ ਲੈਣਾ, ਜਾਂ ਮੈਨੂੰ 2 ਕਾਗਜ਼ ਥਿਆ ਜਾਣੇ। ਤਾਂ ਜਦੋਂ ਮੈਂ ਪੜ੍ਹਨ ਦੇ ਵਿੱਚ ਮਾਰ ਹੋ ਗਿਆ, ਜਿੰਨਾ ਪੜ੍ਹਿਆ, ਇਤਿਹਾਸ ਦੇ ਵਿੱਚ ਪੜ੍ਹਿਆ, ਇਤਿਹਾਸ ਦੇ ਪੜ੍ਹਨ ਦੇ ਅਨੁਸਾਰ ਮੈਨੂੰ ਇਹ ਪਤਾ ਲੱਗਿਆ ਕਿ ਅਕਾਲ ਪੁਰਖ ਵਾਹਿਗੁਰੂ ਦਾ ਕੋਈ ਕ੍ਰਿਸ਼ਮਾ ਹੈ ਕਿ ਜਿਹੜਾ ਮੈਨੂੰ ਅਨਪੜ੍ਹ ਨੂੰ ਕਿਤੋਂ ਕਾਗਜ਼ ਚੱਕ ਕੇ ਪੜ੍ਹਾਉਂਦਾ, ਇਤਿਹਾਸ ਪੜ੍ਹਾਤਾ। ਇਹ ਇਤਿਹਾਸ ਪੜ੍ਹਦੇ ਪੜ੍ਹਦਿਆਂ ਤਾਂ ਮੈਂ ਗੀਤ ਲਿਖਣ ਲੱਗ ਗਿਆ ਜੀ ਤਾਂ ਗੀਤ ਲਿਖਦਾ ਲਿਖਦਾ ਫਿਰ ਮੈਂ ਸਾਰੀ ਗਾਏ ਸਮੁੱਚੀ ਸਿੱਖ ਗਤੀਵਿਧੀਆਂ ਤੋਂ ਵੀ, ਗੁਰੂ ਦੀਆਂ ਤੋਂ ਮੈਂ ਜਾਣੂ ਹੋਇਆ, ਜੀ ਤੇ ਉਹਨਾਂ ਦੇ ਵੀ ਅਸੀਂ ਇਤਿਹਾਸ ਤੋਂ ਹੋਏ, ਗਰੀਬਾਂ ਦੀਆਂ, ਮਜ਼ਦੂਰ ਸੱਭਿਆਚਾਰ ਤੇ ਗੁਰੂਆਂ ਵਾਲਾ ਤੇ ਬਹੁਜਨ ਸਮਾਜ ਪਾਰਟੀ ਦੇ ਮਿਸ਼ਨ ਦੇ ਵਿੱਚੋਂ ਜੋ ਮੈਂ ਕਵਿਤਾ ਤਿਆਰ ਕਰਾਂਗਾ, ਤੇ ਇਹਨਾਂ ਦੇ ਨਾਲ ਨਾਲ ਹੀ ਮੈਂ ਚੱਲਦਾ ਆ। ਤੇ ਅੱਜ ਮੈਂ ਤੁਹਾਡੀ ਬਦੌਲਤ, ਸਤਨਾਮ ਜਿਗਰੀ ਜੀ, ਤਾਂ ਕੈਮਰੇ ਦੇ ਮੂਹਰੇ ਮੈਂ ਬੈਠਾ। ਅੱਛਾ, ਇੱਕ ਆਪਾਂ ਥੋੜੀ ਗੱਲ ਕੱਟ ਕੇ ਮੈਂ ਗੱਲ ਕਰਦਾ। ਹਾਂਜੀ ਜਿਸ ਤਰ੍ਹਾਂ ਕਿ ਕਰਮ ਸਿੰਘ ਜੀ, ਆਪਾਂ ਆਮ ਦੇਖਦੇ ਆ ਜਿਹੜੇ ਵੀ ਸਾਡੇ ਮਿਸ਼ਨਰੀ ਕਲਾਕਾਰ ਨੇ, ਹਾਂਜੀ ਉਹਨਾਂ ਨੂੰ ਜਿਵੇਂ ਪਿਓਰ ਪੰਜਾਬੀ 'ਚ ਖਾਣ ਖੱਟਣ ਨੂੰ ਕਹਿ ਦਿੰਦੇ ਆ, ਹਾਂਜੀ ਕਿ ਉਹਨਾਂ ਨੂੰ ਖਾਣ ਖੱਟਣ ਨੂੰ ਕੁਝ ਨਹੀਂ ਹੁੰਦਾ। ਹਾਂਜੀ ਉਹਨਾਂ ਨੇ ਕੋਲੋਂ ਹੀ ਪੈਸੇ ਲਾਉਣੇ ਹੁੰਦੇ ਆ, ਕਿਰਾਇਆ ਭਾੜਾ ਲਾ ਕੇ ਕੋਲੋਂ ਹੀ ਉਹਨਾਂ ਨੇ ਆਪਣੇ ਜਲਸੇ 'ਚ ਜਾਂ ਆਪਣਾ ਜਿੱਥੇ ਪ੍ਰੋਗਰਾਮ ਉੱਥੇ ਜਾਣਾ ਹੁੰਦਾ, ਤੇ ਉਹਦੇ ਪੱਲੇ ਕੁਝ ਨਹੀਂ ਪੈਂਦਾ। ਇੰਨਾ ਕੁਝ ਹੋਣ ਦੇ ਬਾਵਜੂਦ ਤੁਸੀਂ ਇੱਕ ਲੇਬਰ 'ਚ ਕੰਮ ਕਰਨਾ ਜਾਂ ਲੇਬਰ ਦੇ ਰੂਪ 'ਚ ਕੰਮ ਕਰਨਾ, ਪਰ ਫਿਰ ਵੀ ਇਸ ਮਿਸ਼ਨ ਨੂੰ ਨਹੀਂ ਛੱਡਿਆ, ਤਾਂ ਇਹ ਤੁਸੀਂ ਕਿਸ ਤਰ੍ਹਾਂ ਇਸ ਗੱਲ ਨੂੰ ਲੈਂਦੇ? ਇਹ ਤਾਂ ਜੀ ਗੱਲ ਇਹ ਹੈ ਵੀ ਜਦੋਂ ਮੈਂ ਬਚਪਨ ਦੇ ਵਿੱਚ ਸੀਗਾ, ਜਦੋਂ ਗੈਰਤ ਹੁੰਦੀ ਹੈ, ਅਣਖ ਹੁੰਦੀ ਹੈ, ਅਣਖੀਲਾ ਖੂਨ ਹੈ, ਉਹ ਕੋਈ ਵੱਡਾ ਹੋ ਕੇ ਨਹੀਂ ਬਣਦਾ, ਉਹ ਮਾਂ ਦੇ ਜਨਮ ਤੋਂ ਲੈ ਕੇ ਹੀ ਉਹਦੇ ਵਿੱਚ ਹੁੰਦਾ ਹੈ ਜੀ। ਤਾਂ ਉਹ ਜਦੋਂ ਛੋਟੇ ਬੱਚੇ ਨੂੰ ਅਸੀਂ ਪਰਖਦੇ ਹਾਂ ਵੀ ਗੁੱਸਾ ਕਿਉਂ ਮੰਨਦਾ ਹੈ, ਹਰ ਗੱਲ ਤੇ ਚਿੜ ਮੰਨਦਾ ਹੈ, ਕਿਉਂਕਿ ਉਹਦੇ ਖਿਆਲ ਤੇ ਵਿਚਾਰ ਉਹਨਾਂ ਦੇ ਨਾਲ ਨਹੀਂ ਮਿਲਦੇ ਹੁੰਦੇ। ਜੀ ਇਸ ਕਰਕੇ ਅਸੀਂ ਆਪਣਾ ਫਰਜ਼ ਸਮਝਿਆ ਜੀ ਕਿ ਜਿਵੇਂ ਗੁਰੂ ਦਾ ਕਹਿਣਾ, ਜੇ ਤੂੰ ਨਾ ਕਰੇ ਤੇ ਹੋਰ ਕਰੇ ਕਿਹੜਾ, ਜੀ ਕਰੇ ਕਿਹੜਾ, ਸਭੇ ਜ਼ਰੂਰਤਾਂ ਪੂਰੀਆਂ ਨੂੰ। ਅਸੀਂ ਜਦੋਂ ਬਹੁਜਨ ਸਮਾਜ ਪਾਰਟੀ ਡਾਕਟਰ ਅੰਬੇਡਕਰ ਜੀ ਦਾ ਮਿਸ਼ਨ ਸੁਣ ਲਿਆ, ਜੀ ਤੇ ਅਸੀਂ ਸੋਚਿਆ ਵੀ ਜੇ ਬੰਦਾ ਜੰਮਿਆ ਤਾਂ ਕੌਮ ਦੀ ਸੇਵਾ ਕਰਨ ਦੇ ਲਈ ਜੰਮਿਆ, ਤੇ ਲੋਕ ਭਾਵੇਂ ਪੈਸੇ ਬਣਾਈ ਜਾਣ। ਇਹ ਸਾਡੇ ਮਨ ਵਿੱਚ ਵੀ ਹੁੰਦਾ ਸੀ। ਮੈਨੂੰ ਕਈਆਂ ਲਿਖਾਰੀਆਂ ਨੇ ਵੀ ਆਖਿਆ ਸੀਗਾ ਵੀ ਜਿਹੜਾ ਤੁਸੀਂ ਮਿਸ਼ਨ ਦਾ ਕੰਮ ਕਰਨਾ ਹੈ ਉਹ ਕਰੀ ਚੱਲੋ, ਪਹਿਲਾਂ ਤੁਸੀਂ ਲੱਚਰ ਗੀਤ ਗਾ ਲਓ, ਪੈਸੇ ਬਣਾ ਲਓ। ਮੈਂ ਕਿਹਾ ਜੀ ਨਹੀਂ, ਜਿਵੇਂ ਜਮਲਾ ਜੱਟ ਜੀ ਕਹਿੰਦੇ ਹੁੰਦੇ ਸੀਗੇ, ਮੇਰੇ ਮਗਰ ਹਾੜ ਜੇਠ ਜੀ ਬਹੁਤ ਹੈ, ਤੇ ਇਹ ਤਾਂ ਪਹਿਲਾਂ ਹੀ ਪੁੱਠੇ ਪਾਸੇ ਤੁਰੇ ਹੈ। ਤੇ ਅਸੀਂ ਗੁਰੂਆਂ ਦੀ ਵਿਚਾਰਧਾਰਾ ਨੂੰ ਮੰਨ ਕੇ ਤਾਂ ਆਪਣੀ ਕਲਪਨਾ ਨੂੰ ਇਸ ਕੌਮ ਦੇ ਲਈ ਸਮਰਪਿਤ ਕੀਤਾ ਹੋਇਆ। ਇਸ ਕਰਕੇ ਤੁਹਾਡੇ ਨਾਲ ਅਸੀਂ ਵਿਚਾਰ ਸਾਂਝਾ ਕਰ ਰਹੇ ਹਾਂ ਜੀ। ਜਿਵੇਂ ਕਿ ਆਪਾਂ ਗੱਲ ਕਰੀਏ ਗੱਲ ਪੜ੍ਹਾਈ ਦੀ, ਜਿਵੇਂ ਕਿ ਤੁਸੀਂ ਕਿਹਾ ਕਿ ਭਾਰਤੀ ਲੋਕ ਨੀਚ ਕਿਵੇਂ ਬਣੇ, ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਵਾਂ, ਜਿਹੜੀ ਭਾਰਤੀ ਲੋਕ ਨੀਚ ਕਿਵੇਂ ਬਣੇ ਇੱਕ ਕਿਤਾਬ ਪ੍ਰੋਫੈਸਰ ਗੁਰਨਾਮ ਸਿੰਘ ਦੀ ਲਿਖੀ ਵੀ ਆ। ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕਿ ਜਿਨ੍ਹਾਂ ਨੇ ਉਹ ਕਿਤਾਬ ਪੜ੍ਹੀ ਤਾਂ ਸਮਝ ਲਓ ਤੁਸੀਂ ਕਿ ਦੁਨੀਆ ਦੇ ਮਾਨਤਾ ਪ੍ਰਾਪਤ ਜਿੰਨੇ ਵੀ ਗ੍ਰੰਥ ਆ
ਉਹਨਾਂ ਦਾ ਉਹ ਮੈਂ ਨਿਚੋੜ ਕਹਿ ਸਕਦਾ। ਮੈਂ ਆਪਣੇ ਤੌਰ ਤੇ ਕਹਿੰਦਾ, ਮੈਂ ਕਿਸੇ ਦਾ ਨਹੀਂ ਕਰਦਾ, ਮੈਂ ਆਪਣੇ ਤੌਰ ਤੇ ਕਹਿਣਾ ਕਿ ਉਹ ਗ੍ਰੰਥਾਂ ਦਾ ਨਿਚੋੜ ਆ। ਸੋ ਆਪਾਂ ਗੱਲ ਕਰਦੇ ਹਾਂ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਮਿਸ਼ਨ ਦੇ ਨਾਲ ਜੁੜੇ ਰਹੇ, ਪਰ ਇੱਥੇ ਇੱਕ ਹੋਰ ਵੀ ਆ ਵੀ ਜਿਸ ਤਰ੍ਹਾਂ ਕਿ ਗਾਈਡ ਕਰਨ ਵਾਲਾ ਵੀ ਹੁੰਦਾ ਕੋਈ, ਮੇਰਾ ਜੁੜਨਾ ਜਾਂ ਸੁਣਨਾ ਇਹ ਗੱਲ ਇੱਕ ਵੱਖਰੀ ਹੈ, ਪਰ ਇੱਕ ਉਹ ਸਾਂਝ ਵੀ ਹੁੰਦੀ ਆ ਗੁਰੂ ਚੇਲੇ ਵਾਲੀ, ਜਿਹੜਾ ਤੁਹਾਨੂੰ ਆਪਣੱਤ ਦੇ ਨਾਲ, ਭਾਈਚਾਰਕ ਸਾਂਝ ਦੇ ਨਾਲ, ਭਾਈਗਿਰੀ ਦੇ ਨਾਲ ਤੁਹਾਨੂੰ ਦੱਸਦਾ ਜਿਹਦਾ ਕਾਫੀਆ ਇਸ ਲੋਟ ਆ, ਇਹ ਇਸ ਰਸ ਦੇ ਵਿੱਚ ਆ। ਹੁਣ ਇਹ ਕਿੱਧਰ ਜਾਊਗਾ, ਕਿਵੇਂ ਜਾਊਗਾ, ਇਹਦਾ ਕਾਫੀਆ ਕਿਵੇਂ ਲਾਉਣਾ, ਕਿੱਥੇ ਲਾਉਣਾ, ਉਹਦੇ ਬਾਰੇ ਮੇਰੇ ਕਹਿਣ ਤੋਂ ਭਾਵ ਕਿ ਤੁਹਾਡੇ ਉਸਤਾਦ ਦਾ ਨਾਮ ਕੀ ਹੈ? ਸਾਡੇ ਉਸਤਾਦ ਤਾਂ ਜੀ ਅਸੀਂ ਪ੍ਰੋਫੈਸਰ ਗੁਰਨਾਮ ਸਿੰਘ ਮੁਕਤਸਰ ਜੀ। ਬਹੁਜਨ ਸਮਾਜ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਜੀ ਇੱਕ ਵਾਰ ਮੈਂ ਇਹਨਾਂ ਨੂੰ ਲੁਧਿਆਣੇ ਸੁਣਿਆ ਸੀ, ਉਦੋਂ ਹੀ ਟਰੱਕ ਭਰ ਕੇ ਭਾਈ ਰੂਪੇ ਤੋਂ ਉਹਨਾਂ ਦੇ ਨਾਲ ਮੈਂ ਚਲਾ ਗਿਆ ਸੀਗਾ ਜੀ। ਉੱਥੇ ਇੱਕ ਆਪਣੇ ਵਾਲਮੀਕੀ ਮਹੱਲੇ ਦੇ ਵਿੱਚ ਜੀ ਧਰਮਸ਼ਾਲਾ ਦੇ ਵਿੱਚ ਉਹਨਾਂ ਦਾ ਪ੍ਰੋਗਰਾਮ ਸੀ ਜੀ। ਉਸ ਵੇਲੇ ਗੁਰਨਾਮ ਸਿੰਘ ਜੀ ਦੇ ਦਾੜੀ ਰੱਖੀ ਹੁੰਦੀ ਸੀ ਜੀ। ਜਦੋਂ ਉਹ ਆ ਕੇ ਮਾਈਕ ਤੇ ਬੋਲਣ ਲੱਗੇ, ਜੀ। ਜਦੋਂ ਉਹਨਾਂ ਨੇ ਆਖਿਆ ਕਿ ਸਤਜੁਗ ਲੋਕੋ ਬੀਤ ਗਿਆ ਤੇ ਕਲਯੁਗ ਲੋਕੋ ਆਇਆ, ਜੀ। ਉਹਨਾਂ ਨੇ ਇਹ ਗੱਲ ਕਹੀ ਕਿ ਜਦੋਂ ਸਤਜੁਗ ਸੀਗਾ ਉਦੋਂ ਸਾਡੇ ਮਗਰ ਮੋਹੜੀਆਂ ਬੰਨੀਆਂ ਹੁੰਦੀਆਂ ਸੀ, ਸਿਰ ਤੇ ਸਾਡੇ ਕਾਂ ਦਾ ਖੰਭ ਹੁੰਦਾ ਸੀਗਾ ਤੇ ਗਲ 'ਚ ਸਾਡੇ ਕੁੱਜਾ ਬੰਨਿਆ ਹੁੰਦਾ ਸੀਗਾ ਵੀ ਜਿਹੜਾ ਥੁੱਕੂਗਾ ਕਿਸੇ ਦੇ ਸਵਰਨ ਜਾਤੀ ਦੇ ਪੈਰ ਨੂੰ ਨਾ ਲੱਗ ਸਕੇ। ਤੇ ਜਦੋਂ ਕਲਯੁਗ ਆ ਗਿਆ ਤਾਂ ਕਲਯੁਗ ਦੇ ਵਿੱਚ ਅਸੀਂ ਵਧੀਆ ਪੱਗਾਂ ਬੰਨ੍ਹਦੇ ਹਾਂ ਜੀ, ਇੱਕ ਹੋਟਲਾਂ ਦੇ ਵਿੱਚ ਬੈਠ ਕੇ ਖਾਣਾ ਖਾਂਦੇ ਆ, ਬੱਸਾਂ ਦੇ ਵਿੱਚ ਸਫ਼ਰ ਕਰਦੇ ਆ, ਤੇ ਕਲਯੁਗ ਦੇ ਵਿੱਚ ਸਾਡੀ ਭਿੱਟ ਦੂਰ ਹੋ ਗਈ ਤਾਂ ਸਾਨੂੰ ਅਕਲ ਆ ਗਈ। ਜਾਣੀ ਕਿ ਤੁਹਾਡੇ ਕਹਿਣ ਦਾ ਭਾਵ ਇਹ ਆ ਵੀ ਜੇਕਰ ਜਿਹੜੇ ਸਤਜੁਗ ਦੇ ਦੇਵਤੇ ਸੀਗੇ ਉਹਨਾਂ ਨੂੰ ਤਾਂ ਅਸੀਂ ਵੇਖਿਆ ਨਹੀਂ, ਪਰ ਕਲਯੁਗ ਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਡਾ ਮੁਕਤੀ ਦਾਤਾ ਹਾਂਜੀ ਡਾਕਟਰ ਭੀਮ ਰਾਓ ਅੰਬੇਡਕਰ, ਇਹ ਕਹਿ ਸਕਦੇ ਹਾਂ ਕਿ ਸਾਡੇ ਲਈ ਮੁਕਤੀ ਦਾਤਾ ਬਣ ਕੇ ਆਏ ਡਾਕਟਰ ਭੀਮ ਰਾਓ ਅੰਬੇਡਕਰ, ਜਿਨ੍ਹਾਂ ਨੇ ਸਾਡੇ ਮਗਰੋਂ ਇਹ ਅਲਾਮਤਾਂ ਲਾਈਆਂ ਤੇ ਸਾਨੂੰ ਪੜ੍ਹਨ ਲਿਖਣ ਤੇ ਜੁੜ ਕੇ ਬੈਠਣ ਦਾ ਅਧਿਕਾਰ ਉਹਨਾਂ ਨੇ ਦਵਾਇਆ। ਸੋ ਮੈਂ ਗੱਲ ਤੁਹਾਡੇ ਉਸਤਾਦ ਜੀ ਦੀ ਕਰ ਰਿਹਾ ਸੀ ਕਿ ਕਿਹਨਾਂ ਨੇ ਤੁਹਾਨੂੰ ਬਰੀਕੀ 'ਚ ਦੱਸਿਆ ਕਿ ਵੀ ਗੀਤ ਐਂ ਲਿਖਣਾ, ਮਿਸ਼ਨ ਨੂੰ ਇਸ ਲੋਟ ਇੱਧਰ ਲੈ ਕੇ ਆਉਣਾ? ਹਾਂਜੀ, ਇਹਦੇ 'ਚ ਜਿਹੜਾ ਤਾਂ ਅਸੀਂ ਇਤਿਹਾਸ ਸਿੱਖਿਆ ਜੀ, ਭਾਰਤੀ ਲੋਕ ਨੀਚ ਕਿਵੇਂ ਬਣੇ ਜੀ, ਇਹ ਪੜ੍ਹਿਆ ਜੀ। ਉਦੋਂ ਉਹਨਾਂ ਦੀ ਪਹਿਲੀ ਕਿਤਾਬ ਹੁੰਦੀ ਸੀਗੀ ਕਿ ਉਦੋਂ 30 ਰੁਪਏ ਉਹਨਾਂ ਦਾ ਮੁੱਲ ਸੀਗਾ ਜੀ, ਜਿਹਦੇ ਵਿੱਚੋਂ ਉਹਨਾਂ ਨੇ ਇਹ ਲਿਖਿਆ ਸੀਗਾ, ਵਿਦਿਆ ਬਨ ਬੁੱਧੀ ਗਈ ਜੀ, ਬੁੱਧੀ ਬਨ ਸਦਾਚਾਰ ਗਿਆ ਜੀ, ਸਦਾਚਾਰ ਬਨ ਤਰੱਕੀ ਰੋਗੀ ਜੀ, ਤੇ ਤਰੱਕੀ ਬਿਨਾ ਦੌਲਤ ਮਿਟ ਗਈ, ਤਾਂ ਦੌਲਤ ਬਿਨਾ ਸਾਰੇ ਦੇ ਸਾਰੇ ਦਲਿਤ ਲੋਕ ਸਵਾਹ ਹੋ ਗਏ। ਇਸ ਗੱਲ ਨੂੰ ਅਸੀਂ ਚੱਲਿਆ। ਜਿਹੜੀ ਸਾਡੀ ਗੀਤਾਂ ਦੀ ਗੱਲ ਹੈ ਕਿ ਗੀਤ ਮੈਂ ਆਪਣੇ ਤੌਰ ਤੇ ਬਣਾ ਕੇ, ਇਹ ਨਾ ਮੈਂ ਕਿਸੇ ਤੋਂ ਸਿੱਖਿਆ, ਕੁਛ ਨਹੀਂ ਕਰਿਆ, ਤੇ ਮੈਂ ਉਦੋਂ ਬੋਲਣ ਲੱਗ ਗਿਆ ਤਾਂ ਫਿਰ ਮੈਂ ਗੀਤ ਲਿਖਣ ਦੀ ਜਿਹੜੀ ਉਸਤਾਦੀ ਧਾਰੀ, ਤਾਂ ਫਿਰ ਜਿਹੜੇ ਖਾਈ ਵਾਲੇ ਮਿੱਠੂ ਜੀ ਸੀਗੇ ਜਿਨ੍ਹਾਂ ਦੇ ਗਾਣੇ ਬਲਕਾਰ ਨੇ ਵੀ ਗਾਏ ਆ, ਬਲਕਾਰ ਸਿੱਧੂ ਨੇ ਤੇ ਨਛੱਤਰ ਸਿੰਘ ਸੱਤੇ ਨੇ ਜੀ, ਤਾਂ ਫਿਰ ਉਹਨਾਂ ਕੋਲੇ ਜਦੋਂ ਮੈਂ ਜਾ ਕੇ ਬੇਨਤੀ ਕਰੀ ਤਾਂ ਉਹ ਮੈਨੂੰ ਕਹਿੰਦੇ ਵੀ ਤੁਸੀਂ ਸੁਣਾਓ। ਤਾਂ ਮੈਂ ਜਦੋਂ ਉਹਨਾਂ ਨੂੰ ਇਹ ਗੀਤ ਸੁਣਾਇਆ ਕਿ ਚਿੱਟੀਆਂ ਕਪਾਹ ਦੀਆਂ ਫੁੱਟੀਆਂ ਦੇ ਵਾਂਗ ਦੂਰ ਚਮਕ ਪਵੇ, ਜਦ ਤੋਰਨਾ ਰੋਬ ਵਿੱਚ ਆ ਕੇ ਤੇ ਧਰਤੀ ਤੇ ਧਮਕ ਪਵੇ, ਲੈ ਕੇ ਲੁੱਟ ਕੇ ਸੰਦੂਖੜੀਆਂ ਚੁੱਕ ਕੇ, ਲੈ ਕੇ ਲੁੱਟ ਕੇ ਸੰਦੂਖੜੀਆਂ ਚੁੱਕ ਕੇ ਮਹਿੰਦੀ ਦੇ ਵਾਂਗ ਰਗੜ ਤਰੇ, ਗੱਲ ਦੱਸਣੀ ਅਸੀਂ ਠਣਕਾ ਕੇ ਖਜ਼ਾਨੇ ਸਾਡੀ ਰੱਤ ਦੇ ਪਰੇ, ਗੱਲ ਦੱਸਣੀ ਅਸੀਂ ਠਣਕਾ ਕੇ ਖਜ਼ਾਨੇ ਸਾਡੀ ਰੱਤ ਦੇ ਪਰੇ, ਚਿੱਟੀਆਂ ਕਪਾਹ ਦੀਆਂ ਫੁੱਟੀਆਂ ਦੇ ਵਾਂਗ ਦੂਰ ਚਮਕ ਪਵੇ, ਜਦ ਤੋਰਨਾ ਰੋਬ ਵਿੱਚ ਆ ਕੇ ਤੇ ਧਰਤੀ ਤੇ ਧਮਕ ਪਵੇ, ਲੈ ਕੇ ਲੁੱਟ ਕੇ ਸੰਦੂਖੜੀਆਂ ਚੁੱਕ ਕੇ, ਲੈ ਕੇ ਲੁੱਟ ਕੇ ਸੰਦੂਖੜੀਆਂ ਚੁੱਕ ਕੇ ਮਹਿੰਦੀ ਦੇ ਵਾਂਗ ਰਗੜ ਤਰੇ, ਗੱਲ ਦੱਸਣੀ ਅਸੀਂ ਠਣਕਾ ਕੇ ਖਜ਼ਾਨੇ ਸਾਡੀ ਰੱਤ ਦੇ ਪਰੇ, ਗੱਲ ਦੱਸਣੀ ਅਸੀਂ ਠਣਕਾ ਕੇ ਖਜ਼ਾਨੇ ਸਾਡੀ ਰੱਤ ਦੇ ਪਰੇ। ਉਹਨਾਂ ਨੇ ਮੇਰੇ ਕੋਲੋਂ ਇਹ ਸ਼ਬਦ ਸੁਣ ਕੇ ਮੈਨੂੰ ਕਹਿੰਦੇ ਵੀ ਕਿੰਨੀਆਂ ਪੜ੍ਹਿਆ ਜੀ? ਮੈਂ ਕਿਹਾ ਜੀ ਮੈਂ ਅਨਪੜ੍ਹ ਹਾਂ ਜੀ। ਉਹ ਕਹਿੰਦਾ ਇਹ ਤਾਂ BA ਪੜ੍ਹੇ ਨੂੰ ਨਹੀਂ, ਇਹਦਾ ਸੈਟਿੰਗ ਆਉਂਦੀ ਤੇ ਤੁਹਾਡੇ ਕੋਲੇ। ਇੱਕ ਕਰਮ ਸਿੰਘ ਮਾਫ ਕਰਨਾ, ਤੁਸੀਂ ਬੜਾ ਵਧੀਆ ਤੁਸੀਂ ਗੱਲ ਸੁਣਾ ਰਹੇ ਸੀ, ਬੜਾ ਵਧੀਆ ਚੱਲ ਰਿਹਾ ਸੀ। ਜਿੱਥੋਂ ਤੁਸੀਂ ਕਿਹਾ ਕਿ ਖਜ਼ਾਨੇ ਸਾਡੀ ਰੱਤ ਦੇ ਭਰੇ, ਕਿਤੇ ਕਿਤੇ ਤੁਹਾਡੇ ਗੀਤਾਂ ਦੇ ਸ਼ਬਦਾਂ ਦੇ ਵਿੱਚ ਸੰਤ ਰਾਮ ਉਦਾਸੀ ਦੀ ਝਲਕ ਪੈਂਦੀ ਹੈ। ਕੀ ਤੁਸੀਂ ਸੰਤ ਰਾਮ ਉਦਾਸੀ ਨੂੰ ਵੀ ਪੜ੍ਹਿਆ? ਹਾਂ ਜੀ, ਉਹਨਾਂ ਦੀ ਕਿਤਾਬ ਪੜ੍ਹ ਕੇ ਫੇਰ ਇਹ ਗੀਤ ਲਿਖਿਆ ਗਿਆ ਸੀ। ਹਾਂ, ਮੈਂ ਇਸੇ ਕਰਕੇ ਆਪਾਂ ਅੱਗੇ ਤੁਰਦੇ ਹਾਂ ਸਵਾਲ ਨੂੰ। ਜਿਸ ਤਰ੍ਹਾਂ ਕਿ ਤੁਸੀਂ ਇੱਥੇ ਸੀਗੇ ਵੀ ਅਸੀਂ ਇਸ ਤਰ੍ਹਾਂ ਲਿਖਿਆ,
ਤਾਂ ਉਹਨਾਂ ਨੇ ਸਾਨੂੰ ਦੱਸਿਆ, ਅੱਗੇ ਲਓ। ਹਾਂਜੀ, ਇਹ ਤਾਂ ਹੁਣ ਸੰਤ ਰਾਮਦਾਸ ਜੀ ਤੁਸੀਂ ਗੱਲ ਕਰਦੇ ਆ ਜੀ ਸੰਤ ਰਾਮਦਾਸ ਜੀ ਦੀ ਇੱਕ ਮੈਂ ਪੂਰੀ ਕਿਤਾਬ ਪੜ੍ਹ ਗਿਆ ਸੀਗਾ। ਜੀ ਉਸ ਕਿਤਾਬ ਪੜ੍ਹਨ ਦੇ ਨਾਲ ਨਾਲ ਤੇ ਮੈਨੂੰ ਗਿਆਨ ਹੋ ਗਿਆ ਜੀ ਤੇ ਮੈਂ ਕਿਹਾ ਜਿੱਥੇ ਸੰਤ ਰਾਮਦਾਸ ਜੀ ਨੇ ਲਿਖਿਆ ਹੈ ਜੀ ਤੇ ਉਹੀ ਮੈਂ ਲਿਖਿਆ। ਜੀ ਤਾਂ ਫਿਰ ਇੱਥੋਂ ਫਿਰ ਮੈਨੂੰ ਜਦੋਂ ਖਾਈ ਵਾਲੇ ਮਿੱਠੂ ਜੀ ਨੇ ਜੀ ਉਸਤਾਦ ਨੇ ਦੱਸੀ ਇਹਦੇ ਵਿੱਚ ਕੋਈ ਗਲਤੀਆਂ ਸੀਗੀਆਂ ਥੋੜੀਆਂ 2-3 ਜੀ ਉਹ ਮੈਨੂੰ ਕਹਿੰਦਾ ਦੇਖ ਕਰਮ ਸਿੰਘ, ਜੀ ਮੈਂ ਤੇਰੇ ਕੋਲੇ ਬਾਤ ਪਾਉਣੀ ਹੈ, ਜੀ ਜੇ ਤਾਂ ਬੁੱਝ ਗਿਆ ਫਿਰ ਤੂੰ ਸਿੱਖ ਗਿਆ ਜੀ ਤੇ ਜੇ ਤੇਥੋਂ ਨਾ ਬੁੱਝੀ ਗਈ ਤਾਂ ਫਿਰ ਤੂੰ ਸਿੱਖਣਾ ਨਹੀਂ। ਉਹਨਾਂ ਨੇ ਮੈਨੂੰ ਕਿਹਾ ਵੀ ਜਿਹੜੇ ਸ਼ਬਦ ਹੁੰਦੇ ਇੱਕ ਸ਼ਬਦ ਦੇ 4-4 5-5 ਸ਼ਬਦ ਬਣ ਜਾਂਦੇ ਅੱਖਰ ਦੇ। ਜੀ ਤਾਂ ਉਹ ਕਹਿੰਦੇ ਵੀ ਜੇ ਤੁਸੀਂ ਅੱਗ ਦਾ ਨਾਮ ਪਾਉਣਾ ਹੈ ਜੀ ਤੇ ਅੱਗ ਨਹੀਂ ਪੈਂਦੀ ਤਾਂ ਕੋਲੇ ਪਾ ਦਿਓ, ਜੀ ਜੇ ਕੋਲੇ ਨਹੀਂ ਪੈਂਦੇ ਤਾਂ ਅੰਗਿਆਰ ਪਾ ਦਿਓ, ਜੀ ਜੇ ਅੰਗਿਆਰ ਨਹੀਂ ਪੈਂਦੇ ਤਾਂ ਅੰਗਾਰੇ ਪਾ ਦਿਓ ਤੇ ਚੰਗਿਆੜੇ ਪਾ ਦਿਓ, ਜੋ ਕੁਛ ਮਰਜ਼ੀ ਪਾ ਦਿਓ, ਇੱਕ ਸ਼ਬਦ ਤੋਂ ਜਿੰਨੇ ਮਰਜ਼ੀ ਬਣਾ ਦਿਓ। ਇੱਕ ਕਰਮ ਸਿੰਘ ਜੀ, ਮੇਰਾ ਅਹਿਮ ਮਤਲਬ ਜਿਹੜਾ ਮੇਰੇ ਮਨ ਦੇ ਵਿੱਚ ਵੀ 2-3 ਵਾਰੀ ਮੈਂ ਤੁਹਾਨੂੰ ਰੋਕ ਕੇ ਪੁੱਛਣ ਵੀ ਲੱਗਿਆ ਸੀਗਾ। ਹਾਂਜੀ ਮੈਂ ਪਹਿਲਾਂ ਵੀ ਗੱਲ ਕਰੀ ਆ ਕਿ ਮਿਸ਼ਨਰੀ ਕਲਾਕਾਰ ਹਮੇਸ਼ਾ ਵਾਸਤੇ ਉਹ ਗੁਰਬਤ ਦੇ ਨਾਲ 2-4 ਹੁੰਦੇ ਰਹੇ ਨੇ, ਗਰੀਬੀ ਦੇ ਨਾਲ। ਹਾਂਜੀ ਕਦੇ ਤੁਹਾਡੇ ਮਨ 'ਚ ਇਹ ਖਿਆਲ ਆਇਆ ਹੋਵੇ ਵੀ ਯਾਰ ਮੈਂ ਇਸ ਲਾਈਨ ਨੂੰ ਛੱਡ ਕੇ ਮੈਂ ਦੂਜੇ ਗੀਤ ਗਾਵਾਂ? ਕਦੇ ਮਨ 'ਚ ਖਿਆਲ ਆਇਆ ਹੋਵੇ? ਕਦੇ? ਬਹੁਤ ਆਇਆ ਜੀ। ਉਹ ਜੀ ਜਦੋਂ ਸਟਾਰਟ ਹੁੰਦਾ ਬੰਦਾ ਜੀ ਉਹ ਪਹਿਲਾਂ ਦੂਸਰੇ ਗੀਤਾਂ ਤੋਂ ਹੀ ਹੁੰਦਾ, ਜੀ ਮੁਹੱਬਤ ਪਿਆਰ ਤੋਂ ਸ਼ੁਰੂ ਹੁੰਦਾ। ਜੀ ਤਾਂ ਜੇ ਉਹਨਾਂ ਨੂੰ ਕੋਈ ਗਿਆਨ ਵਾਲਾ ਬੰਦਾ ਮਿਲ ਜੇ ਜੀ ਤਾਂ ਫਿਰ ਇਧਰੋਂ ਅੱਗੇ ਬੁੱਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪੱਟ ਕੇ ਇਧਰ ਲਾਉਣਾ, ਜੀ ਤਾਂ ਫਿਰ ਉਹ ਵੀ ਮੇਰੇ ਕੋਲੇ ਲਿਖੇ। ਜੀ ਪਰ ਉਹਨੂੰ ਗਾਉਣ ਦਾ ਮੈਨੂੰ ਨਹੀਂ ਸਮਾਂ ਮਿਲਿਆ। ਜੀ ਅਸਲ ਮੇਰਾ ਜਿਹੜਾ ਗਾਉਣ ਦਾ ਸੀਗਾ ਨਾ ਜੀ ਢੰਗ ਤਰੀਕਾ, ਹੌਸਲਾ, ਸ਼ੌਂਕ, ਜੀ ਉਹ ਮੇਰਾ ਵਿਚਾਰ ਸੀ ਕਿ ਮੈਂ ਕਿਸੇ ਗਾਉਣ ਵਾਲੀ ਦੇ ਨਾਲ ਗਾਵਾਂ ਇਹੀ ਧਾਰਮਿਕ ਗੀਤਾਂ ਨੂੰ, ਗੁਰੂਆਂ ਰਹਿਬਰਾਂ ਦੇ ਗੀਤਾਂ ਨੂੰ ਦੁਗਾਣੇ ਬਣਾ ਕੇ। ਜੀ ਪਰ ਉਹਦਾ ਸਮਾਂ ਨਹੀਂ ਮਿਲਿਆ ਜੀ ਕਿਉਂਕਿ ਉਤੋਂ ਬੜਾ ਗਰੀਬੀ ਦਾ ਜ਼ੋਰ ਪਾਇਆ ਸੀ ਤੇ ਇਸ ਕਰਕੇ ਮੈਂ ਇੱਥੇ ਰੁੱਝਿਆ ਰਿਹਾ। ਜੀ ਤਾਂ ਜਿਹੜੀ ਤੁਸੀਂ ਗਾਉਣ ਦੀ ਗੱਲ ਕਰਦੇ ਆ ਵੀ ਤੁਸੀਂ ਗਾਹਾਂ ਨਹੀਂ ਵਧੇ, ਤੁਸੀਂ ਪਾਸੇ ਹਟ ਕੇ ਕਿਉਂ ਨਹੀਂ ਗਿਆ? ਕਦੇ ਮਨ 'ਚ ਆਈ ਹੋਣੀ ਗੱਲ ਵੀ ਮੈਂ ਮਿਸ਼ਨਰੀ ਗੀਤਾਂ ਤੋਂ ਪਾਸੇ ਹਟ ਕੇ ਕਰਾਂ? ਨਹੀਂ, ਨਿਕਲਿਆ ਨਹੀਂ ਗਿਆ ਜੀ, ਇਤਿਹਾਸ ਤੋਂ ਬਾਹਰ ਨਿਕਲਿਆ ਨਹੀਂ ਗਿਆ ਜੀ। ਇੱਕ ਮੈਂ ਕਈ ਵਾਰੀ ਨਾ ਜਦੋਂ ਤੁਸੀਂ ਕਦੇ ਵੀ ਮੰਚ ਦੇ ਉੱਤੇ ਹੁੰਦੇ ਹੋ, ਅਕਸਰ ਮੈਂ ਤੁਹਾਡੇ ਨਾਲ ਮੰਚ ਤੇ ਹੁੰਨਾ। ਹਾਂਜੀ ਜੇ ਮੈਂ ਇਹ ਕਹਿ ਲਵਾਂ ਕਿ ਮੈਂ ਗਿਣਤੀ 'ਚ ਨਹੀਂ ਦੱਸ ਸਕਦਾ ਕਿ ਅਸੀਂ 10 ਸਾਰੇ ਜਾਂ 15 ਨੇ ਇਕੱਠੇ ਹੋਏ ਹਾਂ। ਇੱਕ ਸਾਡੇ ਬਹੁਤ ਹੀ ਜ਼ਿਆਦਾ ਪ੍ਰੇਰਨਾ ਸਰੋਤ ਹੋਏ ਨੇ ਸਾਡੇ ਭਾਰਤ ਦੇ ਐਨਕਲੀ ਸਾਹਿਬ, ਹਾਂਜੀ ਜਿਹੜੇ ਕਿ ਜੇਕਰ ਉਹਨਾਂ ਨੂੰ ਇਹ ਕਹਿ ਲਈਏ ਕਿ ਆਜ਼ਾਦੀ ਦੀ ਚੰਗਿਆੜੀ ਉਹਨਾਂ ਨੇ ਸਾਡੇ ਗਰੀਬ ਲੋਕਾਂ ਦੇ ਵਿੱਚ ਸਿੱਟੀ, ਹਾਂਜੀ ਦੂਜੇ ਜਾਂ ਤੀਜੇ ਨੰਬਰ ਤੇ ਤਾਂ ਇਹਦੇ ਵਿੱਚ ਕੋਈ ਅਤਕਥਨੀ ਨਹੀਂ। ਉਹਦੇ ਬਾਰੇ ਮੈਂ ਚਾਹੂੰਗਾ ਕਿ ਤੁਸੀਂ ਦਰਸ਼ਕਾਂ ਨੂੰ ਜਾਣਨਾ ਪਾਓ। ਉਹਦੇ 'ਚ ਗੱਲ ਇਹ ਹੈ ਜੀ ਵੀ ਐਨ ਕਲੀ ਦੀ ਕਿਤਾਬ ਮੈਂ ਲੈ ਕੇ ਆਇਆ ਗੁਰੂ ਨਾਨਕ ਸਿੰਘ ਜੀ ਦੇ ਪ੍ਰੋਗਰਾਮ ਤੋਂ, ਬਠਿੰਡਾ ਟੀਚਰ ਹੋਮ ਤੋਂ। ਜੀ 3 ਸਾਲ ਮੇਰੇ ਕੋਲੇ ਪਈ ਰਹੀ। ਜੀ ਇੱਕ ਵਾਰ ਮੇਰੇ ਹੱਥ ਲੱਗੀ, ਮੈਂ ਕਿਹਾ ਵੀ ਇਹ ਵੀ ਪਈ ਹੈ ਤੇ ਇਹਨੂੰ ਵੀ ਪੜ੍ਹ ਕੇ ਦੇਖੀਏ। ਜੀ ਜਦੋਂ ਮੈਂ ਪੜ੍ਹੀ ਜੀ ਤਾਂ ਐਨ ਕਲੀ ਦੀ ਜਿਹੜੀ ਉਹ ਕਿਤਾਬ ਲਿਖੀ ਸੀਗੀ ਜੀ ਬਿਲਕੁਲ ਠੇਠ ਪੰਜਾਬੀ 'ਚ। ਜੀ ਕਿਉਂਕਿ ਅਨਪੜ੍ਹ ਬੰਦੇ ਨੂੰ ਜਦੋਂ ਠੇਠ ਪੰਜਾਬੀ ਪੂਰੀ ਪੜ੍ਹੀ ਜਾਂਦੀ ਹੈ ਜੀ ਤੇ ਉਹ ਫਿਰ ਦੂਸਰੇ ਪਾਸੇ ਧਿਆਨ ਤੋੜ ਜਾਂਦਾ ਹੈ। ਜੀ ਉਹਨਾਂ ਨੇ ਇੰਨਾ ਸਪਸ਼ਟ ਲਿਖਿਆ, ਲਿਖਣਾ ਕਿਉਂ ਪਿਆ? ਜੀ ਉਹਦੇ 'ਚ ਕਾਰਨ ਇਹ ਸੀ ਵੀ ਇੱਕ ਵਾਰ ਐਨ ਕਲੀ ਜੀ ਗੇਂਦ ਖੇਡ ਰਹੇ ਸੀਗੇ ਜੀ ਇੱਕ ਫਿਰਨੀ ਦੇ ਵਿੱਚ, ਜੀ ਮੁੰਡਿਆਂ ਦੇ ਨਾਲ ਗੇਂਦ ਖੇਡਦਾ। ਜਦੋਂ ਉਹਨਾਂ ਨੇ ਪੈਰ ਦੇ ਨਾਲ ਇੱਕ ਟੋਲਾ ਮਾਰਿਆ ਤਾਹਾਂ ਜੀ ਤੇ ਕਿਸੇ ਰਜਵਾੜੇ ਦੇ ਘਰੇ ਜਾ ਡਿੱਗੀ। ਜੀ ਤਾਂ ਜਦੋਂ ਐਨ ਕਲੀ ਜੀ ਉਹ ਬਾਹਰ ਟੱਪ ਕੇ ਉਹਨਾਂ ਦੇ ਘਰੋਂ ਗੇਂਦ ਚੱਕਣ ਗਿਆ ਜੀ ਤਾਂ ਉਹਨਾਂ ਰਜਵਾੜਿਆਂ ਨੇ ਇਹਨੂੰ ਨੀਚ ਸਮਝ ਕੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਜੀ ਐਨ ਕਲੀ ਜੀ ਨੇ ਸੋਚਿਆ ਵੀ ਜੇ ਮੈਂ ਲੜਿਆ ਇੱਥੇ ਮੈਨੂੰ ਕੁੱਟਣਗੇ, ਮਾਰਨਗੇ ਤਾਂ ਖਰਾਬ ਹੋ ਜੂ ਕੰਮ। ਜੀ ਉਹਨਾਂ ਨੇ ਉਹਨਾਂ ਦੀਆਂ ਗਾਲਾਂ ਨੂੰ ਸਬਰਾਂ ਦੇ ਘੁੱਟ ਭਰ ਕੇ ਪਾਣੀ ਵਾਂਗੂ ਪੀ ਕੇ ਤੇ ਵਾਪਸ ਆ ਗਿਆ। ਜੀ ਉਸ ਦਿਨ ਤੋਂ ਉਹਨਾਂ ਨੇ ਇੱਕ ਯਤਨ ਕਰ ਲਿਆ, ਪਰਨ ਕਰ ਲਿਆ ਜੀ ਵੀ ਮੈਂ ਇਸ ਅਣਖ ਤੇ ਖੜਾ ਹੋ ਕੇ ਤਾਂ ਮੈਂ ਇੱਕ ਲਹਿਰ ਚਲਾਉਣੀ ਆ। ਜੀ ਤਾਂ ਉਹਨਾਂ ਨੇ ਫਿਰ ਆਪਣਾ ਸੰਘਰਸ਼ ਵਿੱਢਤਾ। ਯਾਨੀ ਕਿ ਉਹਨਾਂ ਦਾ ਪੜ੍ਹਾਈ ਦੇ ਵਿੱਚ ਬੜਾ ਵੱਡਾ ਯੋਗਦਾਨ ਆ ਸਾਡੇ ਲੋਕਾਂ ਨੂੰ ਪੜ੍ਹਾਉਣ 'ਚ। ਬੜਾ ਯੋਗ ਹੈ ਵੀ ਜਦੋਂ ਮਤਲਬ ਉਹਨਾਂ ਨੂੰ ਇਹ ਠੇਸ ਲੱਗੀ ਵੀ ਯਾਰ ਮੈਨੂੰ ਇਹਨਾਂ ਨੇ ਗਾਲਾਂ ਕੱਢੀਆਂ ਜਾਂ ਮੈਨੂੰ ਨੀਚ ਸਮਝਦੇ ਆ, ਉਸ ਤੋਂ ਬਾਅਦ ਤੁਸੀਂ ਦੱਸ ਰਹੇ ਸੀ। ਉਸ ਤੋਂ ਬਾਅਦ ਤਾਂ ਜੀ ਜਦੋਂ ਉਹਨਾਂ ਨੇ ਸੰਘਰਸ਼ ਵਿੱਢਤਾ ਜੀ ਤਾਂ ਜਦੋਂ ਸਰਕਾਰ ਨੇ ਉਹਨਾਂ ਦੀ ਗੱਲ ਕੋਈ ਨਾ ਮੰਨੀ, ਜੀ ਉਹਨਾਂ ਨੇ ਫਿਰ ਪੂਰੇ ਦੇ ਪੂਰੇ ਕੇਰਲਾ ਸੂਬੇ ਦੇ ਅੰਦਰ ਜੀ ਆਪਣੀ ਪਾਰਟੀ ਤਿਆਰ ਕਰਕੇ ਜੀ 1 ਸਾਲ ਦੀ ਮਜ਼ਦੂਰ ਹੜਤਾਲ ਕਰਤੀ ਜੀ। ਜੀ ਪੂਰੀ 1 ਸਾਲ ਦੀ ਮਜ਼ਦੂਰ ਹੜਤਾਲ ਕਰਤੀ ਤਾਂ ਫਿਰ ਸਰਕਾਰ ਨੂੰ ਉਹਨਾਂ ਦੀਆਂ ਮੰਗਾਂ ਮੰਨਣੀਆਂ ਪੈ ਗਈਆਂ। ਉਹਨਾਂ ਨੇ ਫਿਰ ਸਕੂਲ ਪਾਸ ਕਰਵਾਇਆ। ਜੀ ਉਹਨਾਂ ਦਾ ਬੇਗਾ ਨੂਰ ਪਿੰਡ ਸੀਗਾ,
ਜੀ ਬੇਗਾਨੂਰ ਪਿੰਡ ਦੇ ਵਿੱਚ ਉਹਨਾਂ ਨੇ ਜਦੋਂ ਸਕੂਲ ਬਿਆਨ ਆਇਆ ਬਣਾ ਕੇ ਘਰ ਨੂੰ ਚਲੇ ਗਏ ਤੇ ਫਿਰ ਰਜਵਾੜਿਆਂ ਨੇ ਲਿਆ ਕੇ ਡਾਂਗਾ ਤੇ ਲਿਆ ਕੇ ਸੱਬਣਾ ਉਹ ਕੱਚੀ ਬਿਲਡਿੰਗ ਨੂੰ ਸਕੂਲ ਨੂੰ ਢਾਤਾ। ਉਦੋਂ ਬਾਅਦ ਫਿਰ ਜੀ ਐਨਕ ਅਲੀ ਨੇ ਕੀ ਸੋਚਿਆ, 2 ਬਲਦ ਲੈ ਲਏ ਬੈਲ ਜੀ ਸਫੈਦ ਚਿੱਟੇ ਰੰਗ ਦੇ ਜੀ ਉਹਨਾਂ ਦੇ ਗਲਾਂ ਵਿੱਚ ਪਾਈਆਂ ਟੱਲੀਆਂ ਜੀ ਤੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਜੀ ਪੂਰੇ ਕਿੱਕਰ ਦੇ ਟੰਬੇ ਮੋٹے-ਮੋٹے ਵੱਢ ਕੇ ਜੀ ਉਸ ਲੱਕੜ ਦੇ ਪਹੀਆਂ ਵਾਲੇ ਗੱਡੇ ਵਿੱਚ ਰੱਖ ਕੇ ਜੀ ਤਾਂ ਫਿਰ ਉਹਨਾਂ ਨੇ ਫੇਰ ਜਦੋਂ ਤੋਰਤਾ ਤਾਂ ਰਜਵਾੜੇ ਫੇਰ ਮੂਹਰੇ ਹੋ ਗਏ ਜੀ ਤਾਂ ਫਿਰ ਰਜਵਾੜਿਆਂ ਦੇ ਨਾਲ ਉਹਨਾਂ ਦੀ ਜਜ਼ਮੀ ਲੜਾਈ ਹੋਈ। ਜੀ ਜਜ਼ਮੀ ਲੜਾਈ ਹੋਣ ਦੇ ਵਿੱਚ ਤਾਂ ਐਨਕ ਅਲੀ ਦੀ ਪਾਰਟੀ ਜਿੱਤ ਗਈ ਜੀ। ਜੀ ਤਾਂ ਫਿਰ ਉਹਨਾਂ ਨੇ ਫੇਰ ਸਕੂਲ ਬਣਾਇਆ ਜੀ ਤੇ ਫਿਰ ਉੱਥੇ ਉਹ ਬੱਚੇ ਉੱਥੋਂ ਦੇ ਲੋਕ ਪੜ੍ਹੇ ਜੀ ਤਾਂ ਫਿਰ ਪੜ੍ਹ ਕੇ ਆਪਣੀ ਉਹਨਾਂ ਨੇ ਪੜ੍ਹਾਈ ਹਾਸਲ ਕੀਤੀ ਜੀ। ਜੀ ਇਹਦੇ ਨਾਲ ਮਤਲਬ 2 ਪਹਿਰੇ ਗੀਤ ਦੇ ਹੋ ਜਾਣਾ। ਨਹੀਂ ਇਹ ਗੀਤ ਬਣਿਆ ਨਹੀਂ ਤੁਸੀਂ ਤੂੰਬਾ ਗਾਉਣਾ ਨਾ ਤੂੰਬਾ ਜੀ, ਉਹਦੇ 2 ਪਹਿਰੇ ਹੋ ਜਾਣਾ। ਉਹ ਤੂੰਬਾ ਜਦੋਂ ਮੈਂ ਸੁਣਦਾ ਹੁੰਦਾ ਦਿਦਾਰ ਸੰਧੂ ਦਾ ਤੂੰਬਾ ਵੀ ਸੁਣਿਆ ਜੀ, ਮੁਹੰਮਦ ਸਦੀਕ ਦਾ ਤੂੰਬਾ ਵੀ ਸੁਣਿਆ ਜੀ, ਇੱਕ ਆਪਣੇ ਗੁਰਨਾਮ ਸਿੰਘ ਪਟਾਕਾ ਜੀ ਸੀਗੇ ਜੀ, ਵਾਲਮੀਕ ਟਿੱਲੇ ਤੇ ਬਾਬਾ ਪੂਰਨਾਥ ਜੀ ਰਹਿੰਦੇ ਜੀ, ਉਹਨਾਂ ਦੇ ਹਜ਼ੂਰੀ ਰਾਗੀ ਗਾਉਣ ਵਾਲੇ ਜੀ, ਤੇ ਉਹ ਬਾਬਾ ਗਿਆਨਨਾਥ ਦੇ ਨਾਲ ਵੀ ਰਹੇ। ਉਹਨਾਂ ਨੇ ਬਾਬਾ ਗਿਆਨਨਾਥ ਦੀਆਂ ਗੱਲਾਂ ਵੀ ਦੱਸੀਆਂ ਜੀ, ਤਾਂ ਫਿਰ ਉਹਨਾਂ ਦਾ ਤੂੰਬਾ ਵੀ ਮੈਂ 5 ਗਰਾਈਆਂ ਪਿੰਡ ਦੇ ਵਿੱਚ ਸੁਣਿਆ ਸੀਗਾ। ਜੀ, ਤਾਂ ਮੇਰੇ ਮਨ ਦੇ ਵਿੱਚ ਵੀ ਸੀ ਮੈਂ ਇੱਕ ਤੂੰਬਾ ਲਿਖਣਾ ਤੇ ਲਿਖਣਾ ਵੀ ਇੱਕ ਇਹੋ ਜਿਹਾ ਹੈ ਸਾਰਿਆਂ ਨਾਲੋਂ ਵੱਖਰਾ ਤੇ ਕੌਮ ਦੇ ਵਿੱਚ ਅਣਖ ਪਵੇ। ਜੀ, ਸੋ ਉਹ ਤੂੰਬਾ ਇਹ ਹੈ ਜੀ। ਜੀ, ਤੁਣਕ ਤੁਣਕ ਸੁਣ ਤੂੰਬਾ ਵੱਜਦਾ, ਤੁਣਕ ਤੁਣਕ ਸੁਣ ਤੂੰਬਾ ਵੱਜਦਾ, ਤੁਣਕ ਤੁਣਕ ਸੁਣ ਤੂੰਬਾ ਵੱਜਦਾ, ਤੁਰਿਆ ਫਿਰਦਾ ਗਾਉਂਦਾ ਏ ਤੂੰਬਾ, ਇਹ ਤੂੰਬਾ, ਇਹ ਤੂੰਬਾ ਕਰਮੇ ਦਾ, ਸੁੱਤੇ ਲੋਕ ਜਗਾਉਂਦਾ ਨੀ ਤੂੰਬਾ ਕਰਮੇ ਦਾ, ਹਾਕਾ ਮਾਰ ਬੁਲਾਉਂਦਾ। ਓ ਮਨ ਤੂੰਬੇ ਨੇ ਮੋਹ ਲਿਆ ਮੇਰਾ, ਸਭ ਕੁਝ ਅੰਦਰੋਂ ਖੋਹ ਲਿਆ ਮੇਰਾ, ਇਹ ਤੂੰਬਾ ਕੰਨਾਂ ਵਿੱਚ ਵੱਜਦਾ, ਤਾਰ ਦਿਲਾਂ ਦੀ ਖੜਕਾਉਂਦਾ ਏ ਤੂੰਬਾ, ਇਹ ਤੂੰਬਾ, ਇਹ ਤੂੰਬਾ ਕਰਮੇ ਦਾ, ਸੁੱਤੇ ਲੋਕ ਜਗਾਉਂਦਾ ਤੂੰਬਾ ਕਰਮੇ ਦਾ, ਹਾਕਾ ਮਾਰ ਬੁਲਾਉਂਦਾ। ਇਹ ਤੂੰਬੇ ਮੈਨੂੰ ਨਾਲ ਰਲਾਇਆ, ਆਪ ਗੁਰਾਂ ਦਰ ਤੇ ਲੈ ਆਇਆ, ਪਿੰਡ ਰਾਜਗੜ੍ਹ ਜ਼ਿਲ੍ਹਾ ਬਠਿੰਡਾ, ਪਿੰਡ ਰਾਜਗੜ੍ਹ ਜ਼ਿਲ੍ਹਾ ਬਠਿੰਡਾ, ਹਲਕਾ ਫੂਲ ਬਤਾਉਂਦਾ ਏ ਤੂੰਬਾ, ਇਹ ਤੂੰਬਾ, ਇਹ ਤੂੰਬਾ, ਇਹ ਤੂੰਬਾ ਕਰਮੇ ਦਾ, ਹਾਥੀ ਉੱਤੇ ਬਿਠਾਉਂਦਾ ਤੂੰਬਾ ਕਰਮੇ ਦਾ, ਦਿੱਲੀ ਦਾ ਤਖਤ ਦਿਖਾਉਂਦਾ। ਸੋ 2 ਗੱਲਾਂ ਆਪਾਂ ਕਰਦੇ ਜੀ ਰਾਜਨੀਤਿਕ ਲੈਵਲ ਤੇ ਕਿ ਜਿਵੇਂ ਕਿ ਹੁਣ ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਸਮਝੌਤਾ ਹੋਇਆ। ਹਾਂਜੀ, ਜਿਸ ਪਾਰਟੀ ਦੇ ਨਾਲ ਤੁਸੀਂ ਅਟੈਚ ਹੋ, ਹਾਂਜੀ, ਅੱਗੇ ਤੁਸੀਂ ਇਸ ਨੂੰ ਕਿਸ ਐਂਗਲ ਨਾਲ ਲੈਂਦੇ ਹੋ? ਜਿਵੇਂ ਕਿ ਇਹ ਵੀ ਮੈਨੂੰ ਪਤਾ ਕਿ ਵਿਰੋਧ ਹਮੇਸ਼ਾ ਉਹ ਬੰਦੇ ਕਰਦੇ ਹੁੰਦੇ ਆ ਜਿਨ੍ਹਾਂ ਦਾ ਸਾਡੇ ਨਾਲ ਕੋਈ ਲੈਣ ਦੇਣ ਨਹੀਂ ਹੁੰਦਾ, ਜਿਨ੍ਹਾਂ ਸਾਡੇ ਨਾਲ ਲੈਣ ਦੇਣ ਹੁੰਦਾ ਸਾਡਾ ਪੱਖ ਕਰਦੇ ਹੁੰਦੇ ਆ, ਜਿਨ੍ਹਾਂ ਦਾ ਕੋਈ ਸਾਡੇ ਨਾਲ ਸਰੋਕਾਰ ਨਹੀਂ ਉਹ ਵਿਰੋਧ ਕਰਦੇ ਹੁੰਦੇ ਆ। ਅੱਗੇ ਤੁਹਾਡਾ ਕੀ ਖਿਆਲ ਆ ਵੀ ਇਹ ਕਿੱਥੋਂ ਤੱਕ ਜਾਇਜ਼ ਹੈ? ਇਹ ਜਾਇਜ਼ ਤਾਂ ਜੀ ਇਹ ਹੈ ਵੀ ਜਿਹੜੀ ਸਿੱਖੀ ਹੈ ਜੀ, ਗੁਰੂ ਨਾਨਕ ਤੋਂ ਲੈ ਕੇ ਜੀ, ਗੁਰੂ ਨਾਨਕ ਦੇ ਨਾਲ ਬਾਬਾ ਜੀਵਨ ਸਿੰਘ ਜੀ ਦੇ ਦਾਦੇ ਪੜਦਾਦੇ ਜੀ, ਭਾਈ ਕਲਿਆਣਾ ਜੀ ਜੀ, ਮੋਢੇ ਨਾਲ ਮੋਢਾ ਲਾ ਕੇ ਆਏ ਆ। ਜੀ, ਸਾਰਾ ਪਰਿਵਾਰ 5ਵੇਂ ਪਾਤਸ਼ਾਹੀ ਤੱਕ, ਜੀ, ਤਾਂ 9ਵੇਂ ਪਾਤਸ਼ਾਹੀ ਦੇ ਤੱਕ ਵੀ। ਜੀ, ਤਾਂ ਜਿਹੜਾ ਇਹ ਸਮਝੌਤਾ ਹੋਇਆ ਹੈ, ਜੀ, ਅਸੀਂ ਇਹਨਾਂ ਦੀਆਂ ਬੁਰਾਈਆਂ ਨੂੰ ਦੇਖ ਕੇ ਨਹੀਂ ਕੀਤਾ। ਬਹੁਜਨ ਸਮਾਜ ਪਾਰਟੀ ਨੇ, ਜੀ, ਬਹੁਜਨ ਸਮਾਜ ਪਾਰਟੀ ਨੇ ਗੁਰੂਆਂ ਦੀ ਵਿਚਾਰਧਾਰਾ ਨੂੰ ਜੋੜਨ ਦੇ ਲਈ ਜੀ, ਵੀ ਗੁਰੂਆਂ ਦੀ ਵਿਚਾਰਧਾਰਾ ਜੋੜਦੀ ਹੈ, ਇਸ ਦੇ ਸੰਬੰਧ ਵਿੱਚ ਬਹੁਜਨ ਸਮਾਜ ਪਾਰਟੀ ਨੇ ਅਕਾਲੀ ਦਲ ਦੇ ਨਾਲ ਜਿਹੜਾ ਸਮਝੌਤਾ ਕੀਤਾ ਹੈ। ਜੀ, ਤਾਂ ਭਾਵੇਂ ਅਕਾਲੀ ਦਲ ਦੇ ਜਿਹੜੇ ਸੰਚਾਲਕ ਹੈ ਜੀ, ਉਹ ਮਾੜੇ ਹੋ ਸਕਦੇ ਆ, ਜੀ, ਪਰ ਜਿਹੜੀ ਅਕਾਲੀ ਦਲ ਲਹਿਰ ਹੈ ਜੀ, ਉਹ ਨਹੀਂ ਮਾੜੀ ਹੋ ਸਕਦੀ। ਅਸੀਂ ਆਪਣੇ ਤੌਰ ਤੇ ਮੈਂ ਤੁਹਾਨੂੰ ਦੱਸ ਦਿੰਦਾ ਵੀ ਜਿਹੜੀ ਅਕਾਲੀ ਜੀ, ਪਾਰਟੀ ਹੈ ਜੀ, ਇਹ ਅਕਾਲੀ ਫੂਲਾ ਸਿੰਘ ਜੀ, ਦੀ ਦੇਣ ਹੈ। ਜੀ, ਅਕਾਲੀ ਫੂਲਾ ਸਿੰਘ ਜੀ ਉਸ ਵੇਲੇ ਅਕਾਲ ਤਖਤ ਦੇ ਜਥੇਦਾਰ ਸੀਗੇ, ਜੀ, ਤਾਂ ਅਕਾਲ ਰੈਜੀਮੈਂਟ ਦੇ ਸਿਪਾਹ ਸਲਾਰ ਜੀ, ਅਕਾਲੀ ਫੂਲਾ ਸਿੰਘ ਦੀ ਅਕਾਲੀ ਸ਼ਬਦ ਦੀ ਸਿਰਜਣਾ ਵੀ ਇਹਨਾਂ ਨੇ ਕੀਤੀ ਹੈ। ਜੀ। ਵੀ ਜਿਹੜਾ ਕਾਲ ਦਾ ਨਾਰਾ ਸੀਗਾ ਉਹਨਾਂ ਦਾ ਮਤਲਬ ਇਹ ਸੀ ਵੀ ਜਿਹੜਾ ਨਾਰਾ ਇਹ ਕਾਲ ਪੁਰਖ ਵਾਹਿਗੁਰੂ ਦੇ ਲੱਗੇ ਹੋਏ ਆ ਰੰਗਰੇਟੇ, ਜੀ, ਤਾਂ ਮਤਲਬ ਇਹ ਮਰਨੋਂ ਡਰਦੇ ਨਹੀਂ, ਸਿੱਖੀ ਨੂੰ ਅੱਗੇ ਲੈ ਕੇ ਚੱਲਣਗੇ। ਜੀ। ਤੇ ਜਿਹੜਾ ਆਉਣ ਵਾਲਾ ਸਮਾਂ ਜੀ, ਅੱਜ ਜਿਹੜਾ ਬਹੁਜਨ ਸਮਾਜ ਪਾਰਟੀ ਨੇ ਸਮਝੌਤਾ ਕੀਤਾ ਹੈ ਜੀ, ਉਹ ਇਸੇ ਕੀਤਾ ਹੈ ਵੀ ਟੁੱਟੀਆਂ ਫੁੱਟੀਆਂ ਸਾਰੀਆਂ ਪਾਰਟੀਆਂ ਨੂੰ ਇਕੱਠੇ ਕਰਕੇ ਜੀ, ਤਾਂ ਜਿਹੜਾ ਦਿੱਲੀ ਦੇ ਤਖਤ ਤੇ ਨੀਲਾ ਝੰਡਾ ਲਹਿਰਾਉਣਾ ਜੀ। ਹੈ ਮਾਇਆਵਤੀ ਦੀ ਗਵਾਹੀ ਅੰਦਰ, ਜੀ, ਤਾਂ ਫਿਰ ਇਹ ਫੇਰ ਚੜੇਗਾ, ਕੱਲਿਆਂ ਤੋਂ ਨਹੀਂ ਚੜਨਾ। ਜੀ, ਤੇ ਕੱਲਿਆਂ ਦਾ ਤਾਂ ਹੁਣ ਇਹਨਾਂ ਦਾ ਉੱਥੇ ਜਿਹੜਾ ਧਰਨਾ ਲੱਗਿਆ ਵਾ ਹੈ ਜੀ, ਦਿੱਲੀ, ਜੀ। 4 ਧਰਨੇ ਲੱਗੇ ਹੋਏ ਆ। ਜੀ, ਜਿਵੇਂ ਆਪਾਂ ਕੱਲ ਉੱਥੇ
ਫੂਲ ਇੱਕ ਸਟੇਜ ਲਾ ਰਹੇ ਸੀਗੇ ਜੀ। ਆਪਾਂ ਤੁਸੀਂ ਉਹਨਾਂ ਦੀ ਸਟੇਜ ਬੰਦ ਕਰਾਤੀ ਤਾਂ ਉਹਨਾਂ ਨੇ ਪਹਿਲਾਂ ਸਟੇਜ ਬੰਦ ਕਰਤੀ। ਜਦੋਂ ਆਪਾਂ ਬੋਲਣ ਲੱਗ ਗਏ ਉਹ ਕਹਿੰਦੇ ਜੀ ਜੇ ਤੁਸੀਂ ਸਾਡੇ ਨਾਲ ਹੋ ਤਾਂ ਫਿਰ ਅਸੀਂ ਸਪੀਕਰ ਬੰਦ ਕਰ ਦਿੰਨੇ ਆ, ਤੇ ਜੇ ਤੁਸੀਂ ਸਾਡੇ ਨਾਲ ਨਹੀਂ ਅਸੀਂ ਆਪਣਾ ਸਪੀਕਰ ਲਾ ਦੇਣਾ। ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਉਹਨਾਂ ਨੇ ਆਪਣੀ ਸਟੇਜ ਬੰਦ ਕਰਤੀ ਤੇ ਆਪਣੇ ਜਿਹੜੇ ਸੂਝਵਾਨ ਬੰਦੇ ਆ ਬਹੁਜਨ ਸਮਾਜ ਪਾਰਟੀ ਦੇ ਵੀ ਇਹਨਾਂ ਦਾ ਇੱਥੇ ਫੰਕਸ਼ਨ ਚੱਲਦਾ ਕਰ ਆਪਾਂ ਵੀ ਸਕਦੇ ਕਿਉਂਕਿ ਕਚਹਿਰੀਆਂ ਮੂਹਰੇ ਬੈਠਾ ਤੇ ਪ੍ਰਦਰਸ਼ਨ ਆਪਾਂ ਵੀ ਕਰਨਾ ਸੀ ਰੋਸ ਦਾ ਜੀ। ਇਸ ਕਰਕੇ ਆਪਾਂ ਉਦੋਂ ਅੱਗੇ ਜਾ ਕੇ ਉੱਥੋਂ ਹਟ ਕੇ ਪਿੱਛੇ ਹਟ ਗਏ, ਜਾਣੀ ਕਿ ਅਸੀਂ ਉਹਨਾਂ ਦੀ ਵਿਰੋਧਤਾ ਨਹੀਂ ਕੀਤੀ। ਜੇਕਰ ਉਹਨਾਂ ਨੇ ਇਹ ਕਿਹਾ ਕਿ ਵੀ ਜੇਕਰ ਤੁਸੀਂ ਇੱਥੇ ਸਟੇਜ ਲਾਓਗੇ ਤਾਂ ਲਾਓਗੇ, ਪਹਿਲਾਂ ਤੁਸੀਂ ਇਹ ਦੱਸੋ ਜਿਹੜਾ ਮਤਲਬ ਕਿਸਾਨਾਂ ਦਾ ਧਰਨਾ ਉਹਨਾਂ ਨੇ ਇਹ ਕਿਹਾ ਵੀ ਜੇਕਰ ਤੁਸੀਂ ਇੱਥੇ ਸਟੇਜ ਲਾਓਗੇ ਤਾਂ ਤੁਸੀਂ ਤਾਂ ਲਾਓਗੇ ਜੇਕਰ ਤੁਸੀਂ ਸਾਡੇ ਪੱਖ ਦੇ, ਪਰ ਪਹਿਲਾਂ ਸਾਨੂੰ ਇਹ ਦੱਸਿਆ ਜਾਵੇ ਤਾਂ ਉਹਨੂੰ ਮੁੱਖ ਰੱਖ ਕੇ ਮਤਲਬ ਉਹਨਾਂ ਉਹ ਕੀਤਾ। ਤੁਸੀਂ ਇਸ ਨੂੰ ਜਿਸ ਤਰ੍ਹਾਂ ਕਿ ਆਮ ਪਿੰਡਾਂ ਦੇ ਵਿੱਚ ਇਹ ਗੱਲ ਚੱਲਦੀ ਹੈ, ਵੈਸੇ ਤਾਂ ਮੈਂ ਥੋੜਾ ਕੁਐਸਚਨ ਮੇਰਾ ਪਾਸੇ ਲੈ ਗਿਆ ਵੀ ਜਿਹੜਾ ਤੁਸੀਂ ਧਰਨੇ ਦੀ ਗੱਲ ਕਰੀਏ ਦਿੱਲੀ ਤੇ ਇਧਰੋਂ ਸਾਡਾ ਜਿਹੜਾ ਮਜ਼ਦੂਰ ਭਾਈਚਾਰਾ ਠੀਕ ਹੈ ਜੀ, ਕਿਸੇ ਹੱਦ ਤੱਕ ਸਾਡੇ ਮਜ਼ਦੂਰਾਂ ਦੇ ਵਿੱਚ ਵੀ ਇਹੋ ਜਿਹੇ ਹੈਗੇ ਨੇ ਸਾਡੇ ਆਪਣੇ ਜਿਹੜੇ ਮਤਲਬ ਸਾਡੀ ਗੱਲ ਨਹੀਂ ਮੰਨਦੇ, ਕਿਸੇ ਹੱਦ ਤੱਕ ਜ਼ਿਮੀਂਦਾਰ ਕਿਸਾਨ ਭਰਾਵਾਂ ਦੇ ਵਿੱਚ ਵੀ ਇਹੋ ਜਿਹੇ ਹੈਗੇ ਨੇ ਜਿਹੜੇ ਕਿ ਸਾਡੀ ਗੱਲ ਨਹੀਂ ਮੰਨਦੇ ਜਾਂ ਸਾਨੂੰ ਅੱਖੋਂ ਪਰੋਖੇ ਕਰਦੇ ਆ, ਜਿਨ੍ਹਾਂ ਨੇ ਮਤਲਬ ਇਹਨੂੰ ਤੋੜਨ ਦੇ ਵਿੱਚ ਬੜਾ ਯੋਗਦਾਨ ਪਾਇਆ ਨਾ ਕਿ ਜੋੜਨ ਦੇ ਵਿੱਚ। ਉਹਨੂੰ ਤੁਸੀਂ ਕਿਸ ਮਤਲਬ ਨਜ਼ਰ ਨਾਲ ਵੇਖਦੇ ਹੋ ਜਿਹੜੇ ਬੰਦੇ ਵਿੱਚ ਦਰਾੜ ਪਾਉਂਦੇ, ਜਿਵੇਂ ਕਿ ਬਿੱਟੂ ਦਾ ਬਿਆਨ ਆਇਆ ਸੀਗਾ ਤੁਹਾਡੇ ਕੁਲੀਸ਼ਨ ਤੇ ਕਿ ਉਹ ਜਿਹੜੀਆਂ ਸੀਟਾਂ ਨੇ ਅਨੰਦਪੁਰ ਸਾਹਿਬ ਤੇ ਅੰਮ੍ਰਿਤਸਰ ਸਾਹਿਬ ਵੀ ਉਹ ਅਪਵਿੱਤਰ ਹੋ ਗਈਆਂ, ਜਿਹਨੂੰ ਅਸੀਂ ਪਿਓਰ ਪੰਜਾਬੀ 'ਚ ਪਿੱਟ ਕਹਿ ਦਿੰਦੇ ਆ। ਇਹ ਮਤਲਬ ਚੰਨਕ ਲੋਕਾਂ ਦਾ ਕੰਮ ਆ ਜਿਹੜੇ ਮਤਲਬ ਸ਼ਰਾਰਤੀ ਅਨਸਰ ਨੇ, ਇਹਦੇ ਬਾਰੇ ਕੀ ਕਹਿੰਦੇ? ਇਹ ਤਾਂ ਜੀ ਇਹ ਹੈ ਵੀ ਉਹਨਾਂ ਦਾ ਫਰਜ਼ ਬਣਦਾ ਜਿਹੜਾ ਕੁਝ ਉਹਨਾਂ ਨੇ ਕਰਨਾ ਹੈ ਉਹ ਕਰ ਰਹੇ ਤੇ ਕਰਦੇ ਰਹਿਣਗੇ ਜੀ। ਉਹਨਾਂ ਨੇ ਸਾਡੇ ਵੱਡੇ ਵਡੇਰਿਆਂ ਦਾ ਪਹਿਲਾਂ ਵੀ ਕੀਤਾ ਹੈ ਤੇ ਉਹਨਾਂ ਦੀ ਔਲਾਦ ਇਹ ਹੈ ਇਹ ਵੀ ਕਰਦੇ ਆਏ ਆ। ਜੇ ਉਹ ਕਰਨਗੇ ਨਾ ਤਾਂ ਫਿਰ ਉਹਨਾਂ ਦੇ ਕੋਲੋਂ ਰਾਜ ਜਾਂਦਾ। ਹੁਣ ਇੱਥੇ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਸੀਗਾ ਇਹਨੂੰ ਨੀਚੋਂ ਕੇ ਰਾਜ ਦਬਾਉ ਤੱਬੇ ਗੋਬਿੰਦ ਸਿੰਘ ਨਾਮ ਕਹਾਉ, ਉਸ ਨਾਰੇ ਨੂੰ ਇਹਨਾਂ ਨੇ ਪੂਰਾ ਹੀ ਨਹੀਂ ਹੋਣ ਦਿੱਤਾ। ਗੁਰੂ ਨੂੰ ਬਦਾਵਾ ਦਿੱਤਾ ਇਹਨਾਂ ਨੇ, ਪਿੱਛੇ ਇਹ ਹਟ ਗਏ ਆ। ਅੱਜ ਜਿਹੜਾ ਇਹ ਕਹਿੰਦੇ ਆ ਵੀ ਅਪਵਿੱਤਰ ਹੋ ਗਈਆਂ ਉਹ ਸੀਟਾਂ, ਇਹਨਾਂ ਨੂੰ ਇਹ ਸੋਚ ਲੈਣਾ ਚਾਹੀਦਾ ਵੀ ਗੁਰੂਆਂ ਦੀ ਜਿਹੜੀ ਸਿੱਖੀ ਸੀਗੀ ਲਹਿਰ ਸੀਗੀ ਉਹ ਤਾਂ ਨਿਮਾਣੇ ਤਾਣੇ ਨਨਾਸਰੇ ਲੋਕਾਂ ਦੀ ਸੀਗੀ ਤੇ ਇਹਨਾਂ ਦਲਤਾਂ ਦੀ ਐਸਸੀਬੀਸੀ ਲੋਕਾਂ ਦੀ ਸੀਗੀ ਤੇ ਇਹ ਤਾਂ ਉਦੋਂ ਵੀ ਗੁਰੂ ਦੇ ਉਲਟ ਸੀਗੇ ਤੇ ਅੱਜ ਵੀ ਹੈ। ਇਹ ਤਾਂ ਆਮ ਲੋਕਾਂ ਨੂੰ ਭੁਲੇਖਾ ਪਾ ਰਹੇ ਆ। ਜਿਹੜੀ ਕਿ ਤੁਹਾਡੇ ਕਹਿਣ ਦਾ ਭਾਵ ਹੈ ਵੀ ਆਪਣਾ ਫਰਜ਼ ਨਿਭਾ ਰਹੇ ਨੇ ਇਹਦਾ ਫਰਜ਼ ਨਿਭਾ ਜਿਹੜਾ ਮਤਲਬ ਪਰੰਪਰਾਗਤ ਫਰਜ਼ ਜਿਹਨੂੰ ਆਪਾਂ ਪਰੰਪਰਾਗਤ ਕਹਿ ਦਿੰਦੇ ਕਿ ਮਗਰੋਂ ਤੁਰਿਆ ਆਉਂਦਾ ਜਿਹੜਾ ਪੀੜ੍ਹੀ ਦਰ ਪੀੜ੍ਹੀ ਸੀਨਾ ਬਸੀਨਾ ਮਤਲਬ ਉਹ ਆਪਣੇ ਫਰਜ਼ ਅਦਾ ਕਰ ਰਹੇ ਨੇ। ਉਹਨਾਂ 'ਚ ਅਸੀਂ ਆਪਣਾ ਉਹਨਾਂ ਦਾ ਕੋਈ ਕਸੂਰ ਨਹੀਂ ਸਮਝਦੇ, ਅਸੀਂ ਇਹ ਸਮਝਦੇ ਹਾਂ ਕਿ ਇਹ ਉਹਨਾਂ ਦਾ ਇਖਲਾਕੀ ਤੌਰ ਤੇ ਫਰਜ਼ ਆ ਵੀ ਉਹਨਾਂ ਨੇ ਸਾਨੂੰ ਮਾੜਾ ਚੰਗਾ ਕਹਿਣਾ ਹੀ ਆ। ਅਖੀਰ ਦੇ ਵਿੱਚ ਸਰਦਾਰ ਕਰਮ ਸਿੰਘ ਜੀ, ਮੈਂ ਜਿਸ ਤਰ੍ਹਾਂ ਕਿ ਇਹ ਨਹੀਂ ਹੁੰਦਾ ਕਿ ਤੁਸੀਂ ਇੱਥੋਂ ਤੱਕ ਲੈ ਕੇ ਆਏ ਮਿਸ਼ਨ ਨੂੰ, ਇਹ ਜਾਣੀ ਕਿ ਮੈਂ ਬੜਾ ਵੱਡਾ ਤੁਹਾਡਾ ਯੋਗਦਾਨ ਮੰਨਦਾ ਕਿਉਂਕਿ ਇੱਕੋ ਇੱਕ ਬਸਪਾ ਪਾਰਟੀ ਹੈ ਜਿਹਨੂੰ ਅਸੀਂ ਮਜ਼ਦੂਰਾਂ ਗਰੀਬਾਂ ਤੇ ਮਜ਼ਲੂਮਾਂ ਲਤਾੜੇ ਹੋਏ ਤੇ ਨਿਮਾਣੇ ਲੋਕਾਂ ਦੀ ਪਾਰਟੀ ਆ। ਇਹਨਾਂ ਨੂੰ ਤੁਸੀਂ ਮੈਂ ਇਹ ਕਹਿ ਦਵਾਂ ਜੇਕਰ ਤੁਸੀਂ ਹਲਕਾ ਵਿਧਾਨ ਸਭਾ ਰਾਮਪੁਰਾ ਫੂਲ ਦੇ ਵਿੱਚ ਇਹਨੂੰ ਜਿਉਂਦਾ ਰੱਖਿਆ ਕੁਝ ਬੰਦਿਆਂ ਨੇ, ਇਹਦੇ ਵਿੱਚ ਕੋਈ ਹੱਥ ਕਥਨੀ ਨਹੀਂ। ਇੱਥੋਂ ਤੱਕ ਪਾਰਟੀ ਆਈ, ਪਾਰਟੀ ਦੇ ਵਿੱਚ ਗਿਰਾਵਟ ਵੀ ਆਈ, ਪਾਰਟੀ ਦੇ ਵਿੱਚ ਉਤਰਾਅ ਚੜਾਅ ਬੜਿਆ ਏ। ਹੁਣ ਤੁਸੀਂ ਇਸ ਤੋਂ ਕਿੰਨਾ ਕੁ ਸੰਤੁਸ਼ਟ ਹੋ? ਇਹਦੇ ਵਿੱਚ ਤਾਂ ਜੀ ਇਹ ਹੈ ਵੀ ਜਿਹੜੀ ਅਸੀਂ ਤੁਸੀਂ ਗੱਲ ਕਰਦੇ ਆ ਸੰਤੁਸ਼ਟ ਦੀ ਜੀ, ਅਸੀਂ ਤਾਂ ਪਹਿਲਾਂ ਤੋਂ ਸੰਤੁਸ਼ਟ ਹਾਂ ਜੀ। ਸਦਾ ਦੀਵਾਲੀ ਸਾਧ ਦੀ ਚੱਤੋ ਪਹਿਰੋ ਆਨੰਦ ਆ। ਅਸੀਂ ਇਤਿਹਾਸ ਨਾਲ ਜੁੜੇ ਆ, ਕਲਾ ਨਾਲ ਜੁੜੇ ਆ ਜੀ। ਜਿਹੜੇ ਕਲਾਕਾਰੀ ਧਾਰੀ ਹੁੰਦੇ ਬੰਦੇ ਨਾ ਉਹਨਾਂ ਨੂੰ ਲੋਕਾਂ ਦੇ ਨਾਲ ਨਹੀਂ ਲੋਕਾਂ ਨੂੰ ਸਮਝਾਉਣ ਨਾਲ ਹੁੰਦਾ ਤਾਂ ਸਾਨੂੰ ਕੋਈ ਇਹੋ ਜਿਹਾ ਨਹੀਂ, ਚਾਹੇ ਕੋਈ ਪਾਰਟੀ ਚਾਹੇ ਚਾਹੇ ਕੋਈ ਨਾ ਜਾ ਪਾਰਟੀ ਅੱਗੇ ਜਾਵੇ, ਅਸੀਂ ਆਪਣੀ ਕਲਪਨਾ ਨੂੰ ਜਿਵੇਂ ਗੁਰੂਆਂ ਦੀ ਵਿਚਾਰਧਾਰਾ ਤੱਤੀ ਤਵੀ ਤੇ ਗੁਰੂ ਜੀ ਬਹਿ ਗਏ ਉਹਨਾਂ ਨੂੰ ਕਲਪਨਾ ਸੀਗੀ ਜੀ, ਜਿੰਨਾ ਕੁਛ ਉਹਨਾਂ ਦਾ ਬਣਦਾ ਸੀ ਫਰਜ਼ ਉਹ ਕਰਕੇ ਤਾਕਤ ਸੀਗੀ ਜਿੰਨੇ ਕੁ ਜੋਗੇ ਅਸੀਂ ਆ, ਕੋਈ ਤਿਲ ਜਾਂ ਕੋਈ ਮਾੜੀ ਮੋਟੀ ਮਤਲਬ ਪਾਉਂਦੇ ਆ ਬੂੰਦ ਜੋਗਾ ਹਿੱਸਾ ਜੀ ਤੇ ਪਾਉਂਦੇ ਰਵਾਂਗੇ ਅਸੀਂ। ਨਹੀਂ, ਮੇਰੇ ਕਹਿਣ ਦਾ ਭਾਵ ਇਹ ਆ ਵੀ ਹੁਣ ਜਿਹੜੇ ਕਲਾਕਾਰ ਨੇ, ਜਿਸ ਤਰ੍ਹਾਂ ਕਿ ਅਸੀਂ ਜ਼ਿਆਦਾਤਰ ਜਦੋਂ ਕਲਾਕਾਰਾਂ ਦੇ ਨਾਲ ਮੀਟਿੰਗ ਵਗੈਰਾ ਕਰਦੇ ਹਾਂ, ਮਿਲਣੀ ਵਗੈਰਾ ਕਰਦੇ ਹਾਂ, ਸਾਡਾ ਇਹ ਕੁਐਸਚਨ ਹੁੰਦਾ ਕਿ ਤੁਸੀਂ ਆਉਣ ਵਾਲੇ ਕਲਾਕਾਰਾਂ ਬਾਰੇ ਜਾਂ ਗੀਤਕਾਰਾਂ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ, ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਮੈਂ ਤੁਹਾਨੂੰ ਇੱਥੋਂ ਕੱਟ ਕੇ ਗੱਲ ਕਰਦਾ ਕਿ ਜਿਹੜਾ ਤੁਹਾਡਾ ਇਹ ਰਾਹ ਜਿਹਨੂੰ ਮਿਸ਼ਨਰੀ ਕਹਿ ਦਿੰਦੇ ਆ, ਮੇਰੇ ਖਿਆਲ 'ਚ ਇਹਦੇ ਵਿੱਚ ਬਹੁਤ ਘੱਟ ਬੰਦੇ ਜਿਹੜੇ ਆਪਣੇ ਪ੍ਰਵੇਸ਼ ਕਰਦੇ ਆ ਮਿਸ਼ਨਰੀ ਗਾਉਣ 'ਚ, ਤੇ ਤੁਸੀਂ ਇਸ ਨੂੰ ਕਿੰਨਾ ਕੁ ਕਿਸ ਨਜ਼ਰਾਂ ਨਾਲ ਲੈਂਦੇ ਹੋ ਕਿ ਜਿਹੜੇ ਬੰਦੇ ਨਵੇਂ ਨਹੀਂ ਆ ਰਹੇ ਮਿਸ਼ਨਰੀ ਲੈਣ 'ਚ ਗਾਉਣ ਵਾਲੇ ਖਾਸ ਕਰਕੇ? ਉਹ ਪੈਸੇ ਦੇ ਲਾਲਚੀ ਹੈ ਜੀ, ਜਿਨ੍ਹਾਂ ਕੋਲੇ ਕਲਾ ਹੈ ਜੀ। ਜਿਹੜਾ ਬੰਦਾ ਪੈਸੇ ਦੀ ਡੀਕ 'ਚ ਹੈ ਉਹ ਵਿਚਾਰਧਾਰਾ ਨਹੀਂ ਤੋੜ ਸਕਦਾ ਜੀ। ਜਿਹੜਾ ਪੈਸੇ ਨਾਲ ਪਿਆਰ ਨਹੀਂ ਕਰਦਾ ਲੋਕ ਪਿਆਰ ਕਰਦਾ ਹੈ ਜੀ,
ਤੇ ਉਹ ਵਿਚਾਰਧਾਰਾ ਤੁਰੀ ਜਾਂਦਾ ਹੈ ਜੀ ਤਾਂ ਇਸੇ ਕਰਕੇ ਵੀ ਉਹ ਸਾਨੂੰ ਉਹਨਾਂ ਤੇ ਨਾਰਾਜ਼ਗੀ ਇਹ ਹੈ ਜੀ ਕਿ ਕੁੜੀਆਂ ਮੁੰਡਿਆਂ ਦੇ ਗਲਤ ਗੀਤ ਗਾ ਕੇ ਜੀ। ਲੋਕਾਂ ਤੇ ਤੇਲ ਵਾਂਗੂ ਪਾ ਕੇ ਭਾਂਬੜ ਤੇ ਜੀ ਤਾਂ ਉਹਨਾਂ ਦਾ ਧਿਆਨ ਹੀ ਨਹੀਂ ਲੱਗਣ ਦਿੰਦੇ ਸਾਡੇ ਕੰਨੀ ਜੀ। ਤੇ ਪੁੱਠੇ ਪਾਸੇ ਲਾਈ ਫਿਰਦਾ, ਕਿਸੇ ਮੋਬਾਈਲਾਂ 'ਚ ਪਾਈ ਫਿਰਦੇ, ਕਾਸੇ ਪਈ ਫਿਰਦਾ। ਜਾਣੀ ਕਿ ਤੁਹਾਡੇ ਕਹਿਣ ਤੋਂ ਭਾਵ ਇਹ ਆ ਜਾਂ ਮੈਂ ਇਹ ਕਹੂੰਗਾ ਕਿ ਵੀ ਕਲਮ ਦੇ ਵਿੱਚ ਤੇ ਗਾਉਣ ਦੇ ਵਿੱਚ ਸਮਾਜ ਨੂੰ ਸੇਧ ਦੇਣੀ ਬਹੁਤ ਵੱਡਾ ਯੋਗਦਾਨ ਆ ਲਿਖਾਰੀ ਦਾ ਤੇ ਕਲਾਕਾਰ ਦਾ। ਮੈਂ ਇਹ ਕਹੂੰਗਾ ਕਿ ਮਿਸ਼ਨਰੀ ਕਲਾਕਾਰ ਨੇ ਜਿਹੜੇ ਉਹਨਾਂ ਦਾ ਜਾਣੀ ਕਿ ਕਲਮ ਆ ਜਿਹੜੀ ਇੱਕ ਉਹ ਤਲਵਾਰ ਤੇ ਤੋਪ ਦੇ ਨਾਲੋਂ ਜ਼ਿਆਦਾ ਵੱਡੀ ਅਤੇ ਉਹਦੀ ਜ਼ਿਆਦਾ ਅਹਿਮੀਅਤ ਆ ਵੀ ਦੇਣ ਸੀਗੀ ਜੀ। ਸੋ ਅਖੀਰ ਦੇ ਵਿੱਚ ਕੈਰੇ ਲਾਈਵ ਨਿਊਜ਼ ਪੰਜਾਬ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸੋ ਜਿਨ੍ਹਾਂ ਦੇ ਨਾਲ ਅਸੀਂ ਅੱਜ ਤੁਹਾਡੀ ਮੁਲਾਕਾਤ ਕਰਵਾਈ ਇਹ ਮਿਸ਼ਨਰੀ ਲੋਕ ਗਾਇਕ ਪੰਜਾਬੀ ਗਾਇਕ ਸਰਦਾਰ ਕਰਮ ਸਿੰਘ ਜੀ ਬੁਰਜ ਰਾਜਗੜ੍ਹ ਜੋ ਕਿ ਬੜੇ ਵਧੀਆ ਤੇ ਸੁਲਝੇ ਹੋਏ ਗੀਤਕਾਰ ਨੇ। ਸੋ ਮੈਂ ਇਹਨਾਂ ਦਾ ਦੁਆਰਾ ਫੇਰ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।